गुलामी गलों लाउणी है। पहला आनंदपुर घरे वड़ जाओ ते फिर मोटरसाइकिल एक पिंड विच एक ते 3 सवार ते 3 रिवाल्वर नवे लो। जेड़ा केस मेरे ते बनू मेरी छिल लवे पग बन कट्टिया जावे सारिया जावा मैं चलूंगा। मरदे मुजाहिद दा भाग 11वां। मरदे मुजाहिद संत जरनैल सिंह जी खालसा पिंडरावाले। मरदे मुजाहिद संत जरनैल सिंह जी खालसा पिंडरावाले की जदों भी गल चलती है तो साडे दिल दे विच एक तड़प उठती है, एक चीज जही उठती है इस गल दी कि जो कुछ अकालियां ने किया कौम दे नाल ते मरदे मुजाहिद संत जरनैल सिंह जी दे नाल ਉਹ ਇੱਕੋ ਵਾਰੀ ਸਾਡੇ ਜ਼ਿਹਨ ਦੇ ਵਿੱਚ ਦ੍ਰਿਸ਼ ਬਣ ਕੇ ਸਾਡੇ ਜ਼ਿਹਨ ਦੇ ਵਿੱਚ ਘੁੰਮਣ ਲੱਗਦਾ ਉਹ ਸਾਰਾ ਕੁਝ। ਤਾਂ ਜੇਕਰ ਅਸੀਂ ਇਤਿਹਾਸ ਤੋਂ ਜਾਣੂ ਹੋਈਏ, ਤਾਂ ਜੇਕਰ ਸਾਨੂੰ ਪਿੱਛੇ ਦੀਆਂ ਗੱਲਾਂ ਸਾਰੀਆਂ ਪਤਾ ਹੋਣ, ਉਹ ਸਾਨੂੰ ਗੱਲਾਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ, ਤਾਂ ਹੀ ਅਸੀਂ ਇਹਨਾਂ ਦਾ ਜਿਹੜਾ ਸੱਚ ਹੈ, ਅਸਲ ਚਿਹਰਾ ਹੈ, ਉਸ ਨੂੰ ਪਛਾਣ ਸਕਾਂਗੇ। ਨਹੀਂ ਤਾਂ ਪੰਜਾਬ ਐਸੇ ਤਰ੍ਹਾਂ ਲੁੱਟਿਆ ਜਾਂਦਾ ਰਹੇਗਾ ਇਹਨਾਂ ਦੇ ਹੱਥੋਂ, ਨਹੀਂ ਤਾਂ ਪੰਜਾਬ, ਨਹੀਂ ਤਾਂ ਸਿੱਖੀ ਐਸੇ ਤਰ੍ਹਾਂ ਖਤਮ ਹੁੰਦੀ ਰਹੇਗੀ ਪੰਜਾਬ ਦੇ ਵਿੱਚੋਂ। ਤੇ ਇਸ ਦੇ ਲਈ ਜਦੋਂ ਅਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਦੇ ਜੀਵਨ ਬਾਰੇ, ਉਹਨਾਂ ਦੇ ਚਰਿੱਤਰ ਬਾਰੇ, ਉਹਨਾਂ ਦੀ ਸਿੱਖ ਕੌਮ ਨੂੰ ਦੇਣ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹਨਾਂ ਦੇ ਚਰਿੱਤਰ ਨੂੰ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸੋ ਸਾਡੇ ਕੋਲ ਦੋ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ ਜਦੋਂ ਅਸੀਂ ਸੰਤਾਂ ਦੀ ਗੱਲ ਕਰਦੇ ਹਾਂ। ਪਹਿਲੀ ਕਿ ਸੰਤਾਂ ਦੀ ਵਿਚਾਰਧਾਰਾ ਕੀ ਸੀ, ਦੂਜੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਅਹਿਮੀਅਤ ਕੀ ਹੈ ਸਿੱਖਾਂ ਦੇ ਲਈ, ਕਿ ਜਦੋਂ ਕਦੇ ਕੋਈ ਸਿੱਖ ਕੌਮ ਦੇ ਉੱਤੇ ਵੱਡੀ ਹੋਣੀ ਵਾਪਰੀ ਤਾਂ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹੀ ਕਿਉਂ ਅਜਿਹਾ ਭਾਣਾ ਵਾਪਰਿਆ, ਸ੍ਰੀ ਦਰਬਾਰ ਸਾਹਿਬ ਦਾ ਕੰਪਲੈਕਸ ਹੀ ਕਿਉਂ ਜੰਗ ਦਾ ਮੈਦਾਨ ਬਣਿਆ। ਇਤਿਹਾਸ ਗਵਾਹ ਹੈ। ਪਹਿਲਾਂ ਅਸੀਂ ਗੱਲ ਕਰਾਂਗੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲਿਆਂ ਦੀ ਵਿਚਾਰਧਾਰਾ ਬਾਰੇ। ਪਿੱਛੇ ਅਸੀਂ ਸ੍ਰੀ ਹਰਿਮੰਦਰ ਸਾਹਿਬ ਤੇ ਹੋਏ ਹਮਲੇ ਦੀ ਗੱਲ ਕੀਤੀ ਹੈ, ਸਾਡੇ ਪਿਛਲੇ ਜਿੰਨੇ ਵੀ ਐਪੀਸੋਡ ਤੇ ਅਸੀਂ ਗੱਲ ਕੀਤੀ ਹੈ। ਅੱਜ ਸਾਡਾ 11ਵਾਂ ਦਿਨ ਹੈ, ਸ਼ੁੱਕਰਵਾਰ ਤੋਂ ਬਾਅਦ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ। ਇਸ ਐਪੀਸੋਡ 'ਚ 11ਵਾਂ ਐਪੀਸੋਡ ਹੈ ਤੇ ਅੱਗੇ ਸਾਡੀ ਗੱਲਬਾਤ ਜਾਰੀ ਰਹੇਗੀ। ਤਾਂ ਅਸੀਂ ਵਿਚਾਰਧਾਰਾ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੇ ਭਾਰਤ ਦੇ ਅੰਦਰ ਸਿੱਖ ਕੌਮ ਦੀ ਜਿਹੜੀ ਹਾਲਤ ਹੈ ਉਹਦੇ ਬਾਰੇ ਸੰਤ ਜਰਨੈਲ ਸਿੰਘ ਦੀ ਜਿਹੜੀ ਸਮਝ ਹੈ ਉਹ ਆਮ ਸਿੱਖ ਲੀਡਰਾਂ ਦੀ ਸੋਚਣੀ ਜਾਂ ਆਮ ਸਿੱਖਾਂ ਦੀ ਸੋਚਣੀ ਨਾਲੋਂ ਬਹੁਤ ਵੱਖਰੀ ਸੀ। ਕਿਵੇਂ ਵੱਖਰੀ ਸੀ? ਆਜ਼ਾਦੀ ਤੋਂ ਬਾਅਦ ਸਿੱਖ ਲੀਡਰਾਂ ਦੀ ਹਿੰਦੂ ਹਾਕਮਾਂ ਦੇ ਖਿਲਾਫ ਇਹ ਸ਼ਿਕਾਇਤ ਬਣੀ ਰਹੀ ਕਿ ਭਾਰਤ ਦੇ ਅੰਦਰ ਸਿੱਖਾਂ ਨਾਲ ਜਿਹੜਾ ਸਾਵਾਂ ਸਲੂਕ ਨਹੀਂ ਹੋ ਰਿਹਾ, ਬਰਾਬਰ ਦਾ ਸਲੂਕ ਨਹੀਂ ਹੋ ਰਿਹਾ ਤੇ ਉਹਨਾਂ ਦੇ ਨਾਲ ਪੈਰ ਪੈਰ ਤੇ ਬੇਇਨਸਾਫੀ ਤੇ ਧੱਕਾ ਹੋ ਰਿਹਾ। ਇਹ ਮੁੱਦਾ 1947 ਤੋਂ ਬਾਅਦ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦਾ ਇੱਕ ਤਰ੍ਹਾਂ ਦਾ ਸਟੇਟਮੈਂਟ ਬਣੀ ਰਹੀ। ਅਖਬਾਰਾਂ ਦੇ ਵਿੱਚ ਬਿਆਨਬਾਜ਼ੀ ਜਾਂ ਵੈਸੇ ਉਹ ਜੋ ਵੀ ਗੱਲ ਕਰਦੇ ਸੀ ਕੇਂਦਰ ਸਰਕਾਰ ਦੇ ਖਿਲਾਫ, ਹਿੰਦੂ ਹੁਕਮਰਾਨਾਂ ਦੇ ਖਿਲਾਫ, ਉਹਨਾਂ ਦੀ ਵਿਚਾਰਧਾਰਾ ਜਿਹੜੀ ਹੈ ਸੀ ਉਹਨਾਂ ਦੇ ਸਟੇਟਮੈਂਟਸ ਦੇ ਵਿੱਚੋਂ ਝਲਕਦੀ ਸੀ। ਜ਼ਾਹਰਾ ਤੌਰ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸਿੱਖ ਕੌਮ ਨਾਲ ਵਿਤਕਰੇ ਅਤੇ ਈਰਖਾ ਦਾ ਹੀ ਸਵਾਲ ਉਠਾਉਂਦੇ ਰਹੇ। ਗੱਲ ਉਹੀ ਕੀਤੀ, ਪਰ ਜੇ ਉਹਨਾਂ ਦੀ ਪੇਸ਼ਕਾਰੀ ਦੇ ਅੰਦਾਜ਼ ਅਤੇ ਉਸ ਪੇਸ਼ਕਾਰੀ ਦੇ ਵਿੱਚ ਜੋ ਉਹਨਾਂ ਨੇ ਫੈਕਟ ਤੇ ਫਿਗਰਸ ਦਿੱਤੀਆਂ, ਜੇ ਉਹਨਾਂ ਦਾ ਧਿਆਨ ਨਾਲ ਅਧਿਐਨ ਕੀਤਾ ਜਾਵੇ, ਖੋਜ ਪੜਤਾਲ ਕੀਤੀ ਜਾਵੇ ਉਹਨਾਂ ਤੇ, ਤਾਂ ਉਹਨਾਂ ਦੀ ਜਿਹੜੀ ਰਾਜਸੀ ਵਿਚਾਰਧਾਰਾ ਦਾ ਜਿਹੜਾ ਅਕਾਲੀ ਲੀਡਰਸ਼ਿਪ ਦੀ ਸੋਚਣੀ ਨਾਲੋਂ ਜਿਹੜਾ ਵਖਰੇਵਾਂ ਹੈ ਉਹ ਸਾਨੂੰ ਸਪਸ਼ਟ ਤੌਰ ਤੇ ਸਾਡੇ ਉਘੜ ਕੇ ਸਾਹਮਣੇ ਆਉਂਦਾ ਹੈ। ਹੁਣ ਗੱਲ ਕਰਦੇ ਹਾਂ ਮਾਸਟਰ ਤਾਰਾ ਸਿੰਘ ਦੀ ਲੀਡਰਸ਼ਿਪ ਦੀ। ਮਾਸਟਰ ਤਾਰਾ ਸਿੰਘ ਦੀ ਲੀਡਰਸ਼ਿਪ ਦੇ ਦੌਰ 'ਚ ਸਿੱਖ ਕੌਮ ਨਾਲ ਵਿਤਕਰੇ ਨੂੰ ਵੱਧ ਧਾਰਮਿਕ ਸੱਭਿਆਚਾਰਕ ਦ੍ਰਿਸ਼ਟੀ ਤੋਂ ਦੇਖਿਆ ਤੇ ਪੇਸ਼ ਕੀਤਾ ਜਾਂਦਾ ਰਿਹਾ। ਮਾਸਟਰ ਤਾਰਾ ਸਿੰਘ ਨੇ ਜਿਹੜਾ ਵਖਰੇਵਾਂ ਪੇਸ਼ ਕੀਤਾ ਨਾ ਸਿੱਖਾਂ ਦੇ ਵਿੱਚ ਕਿ ਹਿੰਦੂ ਹੁਕਮਰਾਨ ਸਿੱਖਾਂ ਨਾਲ ਵਖਰੇਵਾਂ ਕਰ ਰਿਹਾ, ਉਹ ਸਿਰਫ ਧਾਰਮਿਕ ਤੇ ਸੱਭਿਆਚਾਰਕ ਨਜ਼ਰ ਤੋਂ ਸੀ। ਮਾਸਟਰ ਤਾਰਾ ਸਿੰਘ ਤੋਂ ਬਾਅਦ ਦੇ ਦੌਰ ਦੀ ਅਕਾਲੀ ਲੀਡਰਸ਼ਿਪ ਵਿਤਕਰੇ ਦੀ ਗੱਲ ਕਰਨ ਸਮੇਂ ਇਹਦੇ ਆਰਥਿਕ ਪਹਿਲੂ ਉੱਤੇ ਦਾਅਵ ਦੇਣ ਦੀ ਰੁਚੀ ਦਾ ਪ੍ਰਗਟਾਵਾ ਕਰਦੀ ਰਹੀ। ਤਾਂ ਜੇ ਧਾਰਮਿਕ ਤੇ ਸੱਭਿਆਚਾਰ ਦੀ ਗੱਲ ਮਾਸਟਰ ਤਾਰਾ ਸਿੰਘ ਨੇ ਕੀਤੀ ਕਿ ਉੱਥੇ ਵਿਤਕਰਾ ਕੀਤਾ ਜਾ ਰਿਹਾ, ਤੇ ਉਹ ਤੋਂ ਬਾਅਦ ਦੀ ਜਿਹੜੀ ਲੀਡਰਸ਼ਿਪ ਸੀ ਉਹਨੇ ਆਰਥਿਕ ਜਿਹੜੇ ਸਾਡੇ ਪੱਖ ਸੀ ਉਹ ਨਾਲ ਜੋੜ ਲਏ, ਪਾਣੀਆਂ ਦਾ ਮਸਲਾ ਨਾਲ ਜੋੜ ਲਿਆ। ਇਹ ਗੱਲ ਸੀ। ਦੋਵੇਂ ਕੈਟਾਗਰੀਜ਼ ਦੇ ਵਿੱਚ ਅਕਾਲੀ ਲੀਡਰਸ਼ਿਪ ਆਪਣੇ ਵੱਖ-ਵੱਖ ਕਾਰਨਾਂ ਕਰਕੇ ਸਿੱਖ ਕੌਮ ਦੇ ਨਾਲ ਹੋ ਰਹੇ ਧੱਕੇ ਤੇ ਵਿਤਕਰੇ ਦੇ ਸਿਆਸੀ ਤੱਤ ਨੂੰ ਪਛਾਣਨ ਤੇ ਇਹਨੂੰ ਆਪਣੀ ਸੋਚ ਤੇ ਸਰਗਰਮੀ ਦਾ ਜਿਹੜਾ ਹਿੱਸਾ ਬਣਾਉਣ ਤੋਂ ਟਾਲਾ ਵੱਟਦੀ ਰਹੀ। ਠੀਕ ਹੈ, ਹੁਣ ਇੰਨੀ ਗੱਲ ਤਾਂ ਸਾਨੂੰ ਸਮਝ ਲੱਗ ਗਈ ਨਾ। ਤਾਂ ਸੰਤ ਜਰਨੈਲ ਸਿੰਘ ਪਹਿਲੇ ਸਿੱਖ ਲੀਡਰ ਸਨ ਜਿਨ੍ਹਾਂ ਨੇ ਸਿੱਖ ਕੌਮ ਦੇ ਨਾਲ ਹੋ ਰਹੇ ਧੱਕੇ ਤੇ ਵਿਤਕਰੇ ਦੇ ਪ੍ਰਤੱਖ ਜਿਹੜੇ ਸਾਡੇ ਸਾਹਮਣੇ
ਨਤੀਜੇ ਸਨ, ਉਹਨਾਂ ਤੋਂ ਆਰ-ਪਾਰ ਦੇਖਣ ਤੇ ਉਸ ਮਰਜ਼ ਦੇ ਲੱਛਣਾਂ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ। ਉਹ ਸਿਰਫ ਤੇ ਸਿਰਫ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਨ। ਪੂਰੇ 150 ਸਾਲ ਦੀ ਜਿਹੜੀ ਲੀਡਰਸ਼ਿਪ ਹੈ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਿਹੜੀ ਸਿੱਖ ਕੌਮ ਦੀ ਹੋਈ ਹੈ, ਉਹਦੇ ਵਿੱਚ ਜਿੰਨਾ ਪੜ੍ਹੇ ਲਿਖੇ ਤੋਂ ਪੜ੍ਹੇ ਲਿਖੇ ਵੱਡੇ ਵੱਡੇ ਡਿਗਰੀਆਂ ਵਾਲੇ ਜਿਹੜੇ ਅਕਾਲੀ ਲੀਡਰ ਹੋਏ ਨੇ ਨਿਕੰਮੇ, ਉਹਨਾਂ ਸਾਰਿਆਂ ਤੋਂ ਇੱਕੋ ਇੱਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਹੋਏ ਨੇ। ਸਿਰਫ ਇੱਕੋ ਹੀ ਜਿਨ੍ਹਾਂ ਨੇ ਅਸਲ ਬਿਮਾਰੀ ਦੀ ਪਛਾਣ ਕੀਤੀ, ਜਿਨ੍ਹਾਂ ਨੇ ਅਸਲ ਦੇ ਵਿੱਚ ਇਹ ਦੇਖਣ ਦੀ ਕੋਸ਼ਿਸ਼ ਕੀਤੀ ਕਿ ਸਿੱਖਾਂ ਨਾਲ ਧੱਕਾ ਕਿਵੇਂ ਤੇ ਕਿੱਥੇ ਹੋ ਰਿਹਾ, ਕਿਹੜੇ ਪੱਖ ਤੋਂ ਹੋ ਰਿਹਾ। ਸੰਤਾਂ ਨੇ ਜ਼ੋਰ ਤੇ ਪੂਰੇ ਜਵੇ ਦੇ ਨਾਲ ਇਹ ਰਾਜਸੀ ਮਤ ਉਭਾਰਿਆ ਕਿ ਭਾਰਤ ਦੇ ਅੰਦਰ ਸਿੱਖਾਂ ਨਾਲ ਜਿਹੜਾ ਵਿਤਕਰਾ ਤੇ ਧੱਕਾ ਹੋ ਰਿਹਾ ਹੈ, ਉਹ ਅਸਲ ਰੂਪ 'ਚ ਗੁਲਾਮੀ ਦਾ ਪ੍ਰਤੀਕ ਹੈ। ਸਾਨੂੰ ਸਭ ਤੋਂ ਪਹਿਲਾਂ ਸੰਤ ਭਿੰਡਰਾਂ ਵਾਲਿਆਂ ਨੇ ਦੱਸਿਆ ਕਿ ਸਿੱਖ ਕੌਮ ਗੁਲਾਮ ਹੈ, ਮਤਲਬ ਆਜ਼ਾਦ ਭਾਰਤ ਦੇ ਅੰਦਰ ਸਿੱਖਾਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਾਲਾ ਸਲੂਕ ਹੋ ਰਿਹਾ। ਉਹਨਾਂ ਨੇ ਠੋਸ ਤੱਥ ਤੇ ਇਹਦੀਆਂ ਐਗਜ਼ਾਮਪਲਸ ਵੀ ਨਾਲ ਦੱਸੀਆਂ, ਉਦਾਹਰਨਾਂ ਦੇ ਕੇ ਸਮਝਾਇਆ ਉਹਨਾਂ ਨੇ ਕਿ ਭਾਰਤੀ ਹਾਕਮ ਦੇ ਜਿਹੜੇ ਹੈਗੇ ਨੇ ਉਹ ਦੋਹਰੇ ਕਾਨੂੰਨ ਤੇ ਦੋਹਰੇ ਮਾਪਦੰਡ ਅਪਣਾ ਰਹੇ ਨੇ ਸਿੱਖਾਂ ਦੇ ਨਾਲ। ਜਹਾਜ਼ ਅਗਵਾ ਕਾਂਡ ਦੀ ਗੱਲ ਕਰਦੇ ਆ, ਜਹਾਜ਼ ਅਗਵਾ ਕਾਂਡ ਦੇ ਹਵਾਲੇ ਨਾਲ ਉਹਨਾਂ ਨੇ ਭਾਰਤੀ ਹਾਕਮਾਂ ਦਾ ਦੋਗਲੇਪਣ ਦਾ ਉਜਾਗਰ ਕਰਦਿਆਂ ਹੋਇਆ ਇਹ ਸੱਚ ਨੰਗਾ ਕੀਤਾ ਕਿ ਦੇਸ਼ ਦੇ ਅੰਦਰ ਇੱਕੋ ਹੀ ਕਿਸਮ ਦੇ ਜੁਰਮ ਲਈ ਹਿੰਦੂਆਂ ਤੇ ਸਿੱਖਾਂ ਵਾਸਤੇ ਅੱਡ-ਅੱਡ ਮਾਪਦੰਡ ਕਿਉਂ। 1977 ਚ ਉੱਤਰ ਪ੍ਰਦੇਸ਼ ਦੇ ਜਿਨ੍ਹਾਂ ਦੋ ਪਾਂਡੇ ਭਰਾਵਾਂ ਨੇ ਇੰਦਰਾ ਗਾਂਧੀ ਦੀ ਰਿਹਾਈ ਵਾਸਤੇ ਜਹਾਜ਼ ਅਗਵਾ ਕੀਤਾ ਸੀ, ਉਹਨਾਂ ਨੂੰ ਬਾਅਦ ਚ ਇਨਾਮ ਦੇ ਤੌਰ ਤੇ ਵਿਧਾਨ ਸਭਾ ਦੀਆਂ ਮੈਂਬਰੀਆਂ ਨਾਲ ਨਵਾਜਿਆ ਗਿਆ। ਜਹਾਜ਼ ਅਗਵਾ ਕੀਤਾ ਉਹਨਾਂ ਨੂੰ ਦੇਸ਼ ਦੇ ਦੁਸ਼ਮਣ ਗਰਦਾਨਿਆ ਗਿਆ ਤੇ ਅਗਸਤ 1982 ਚ ਜੋਧਪੁਰ ਤੋਂ ਬੋਇੰਗ 737 ਨਾਮ ਦੇ ਜਹਾਜ਼ ਨੂੰ ਅਗਵਾ ਕਰਨ ਵਾਲੇ ਭਾਈ ਮਨਜੀਤ ਸਿੰਘ ਉਰਫ ਮੁਸੀਬਤ ਸਿੰਘ, ਉਹਨੂੰ ਰਾਜਾ ਸਾਂਸੀ ਹਵਾਈ ਅੱਡੇ ਤੇ ਗੋਲੀ ਮਾਰ ਕੇ ਹਲਾਕ ਕੀਤਾ ਗਿਆ। ਸੰਤ ਜਰਨੈਲ ਸਿੰਘ ਨੇ ਭਾਰਤ ਦੇ ਅੰਦਰ ਸਿੱਖ ਕੌਮ ਨਾਲ ਹੋ ਰਹੇ ਇਸ ਮਤਰੇਏ ਸਲੂਕ ਨੂੰ ਉਹਦੀ ਗੁਲਾਮੀ ਦੇ ਚਿੰਨ੍ਹ ਵਜੋਂ ਦੇਖਿਆ ਤੇ ਇਸ ਤਰ੍ਹਾਂ ਇਸ ਮਾਮਲੇ 'ਚ ਰਵਾਇਤੀ ਸੋਚ ਵਿਚਾਰਧਾਰਾ ਨਾਲੋਂ ਤਿੱਖਾ ਨਿਖੇੜਾ ਕਰਦਿਆਂ ਹੋਇਆਂ ਉਹਨਾਂ ਨੇ ਇੱਕ ਬਿਲਕੁਲ ਨਵੀਂ ਤੇ ਰਾਜਨੀਤਿਕ ਸੇਧ ਤੇ ਰਾਜਨੀਤਿਕ ਨਵਾਂ ਸਟਾਈਲ ਵਰਤਿਆ। ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਉਦਾਹਰਨ ਮਾਤਰ ਸੀ। ਇਹ ਵਿਚਾਰਧਾਰਾ ਦੀ ਗੱਲ ਕਰ ਰਹੇ ਹਾਂ ਅੱਜ ਆਪਾਂ ਸੰਤਾਂ ਦੀ। ਕੁਝ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਬਾਰੇ ਗੱਲਾਂ ਰਹਿ ਗਈਆਂ ਨੇ ਕਿ ਅੰਦਰ ਕਿਸ ਤਰੀਕੇ ਨਾਲ ਯੋਜਨਾਬੰਦੀ ਕੀਤੀ ਸੀ ਜਨਰਲ ਸ਼ੁਭੇਗ ਸਿੰਘ ਹੋਰਾਂ ਨੇ ਤੇ ਕਿਸ ਤਰੀਕੇ ਨਾਲ ਉਹਨਾਂ ਨੇ ਕਦਮ ਕਦਮ ਦੇ ਉੱਤੇ ਜਿਹੜਾ ਹੈ ਭਾਰਤੀ ਫੌਜਾਂ ਨੂੰ ਕਰਾਰੀ ਹਾਰ ਦਿੱਤੀ। ਸੋ ਅਸੀਂ ਵਿਚਾਰਧਾਰਾ ਦੀ ਗੱਲ 'ਚ ਅੱਗੇ ਵਧਦੇ ਹਾਂ ਕਿ ਜੇ ਵਿਤਕਰੇ ਨੂੰ ਗੁਲਾਮੀ ਦੇ ਚਿੰਨ੍ਹ ਵਜੋਂ ਦੇਖਦੇ ਨੇ ਤਾਂ ਇਹਦੇ ਨਾਲ ਵਿਤਕਰੇ ਦੇ ਸ਼ਿਕਾਰ ਵਰਗ ਦੀ ਜਿਹੜੀ ਰਾਜਨੀਤਿਕ ਸਮੁੱਚੀ ਵਿਆਕਰਣ ਹੈ ਤੇ ਉਹਦੇ ਰਾਜਸੀ ਸੰਘਰਸ਼ ਦੀ ਸਮੁੱਚੀ ਜਿਓਮੈਟਰੀ ਬਦਲ ਜਾਂਦੀ ਹੈ। ਗੁਲਾਮੀ ਦਾ ਅਹਿਸਾਸ ਜਿਹੜਾ ਹੈ ਗੁਲਾਮ ਕੌਮ ਦੇ ਅੰਦਰ ਆਜ਼ਾਦੀ ਦੀ ਰੀਝ ਤੇ ਤੜਪ ਪੈਦਾ ਕਰਦਾ ਹੈ। ਗੁਲਾਮੀ ਦਾ ਅਹਿਸਾਸ ਤਾਂ ਹੋਵੇ ਨਾ ਘੱਟੋ ਘੱਟ। ਉਹ ਅਹਿਸਾਸ ਕਿਹਨੇ ਕਰਾਇਆ? ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ। ਇਕੱਲੇ ਵਿਤਕਰੇ ਦਾ ਅਹਿਸਾਸ ਗੱਲ ਹੋਰ ਹੈ, ਗੁਲਾਮੀ ਦਾ ਅਹਿਸਾਸ ਗੱਲ ਹੋਰ ਹੈ। ਵਿਤਕਰਾ ਤੇ ਗੁਲਾਮੀ 'ਚ ਫਰਕ ਹੈ। ਤੇ ਵੱਧ ਤੋਂ ਵੱਧ ਕਾਇਮ ਮੁਕਾਮ ਰਾਜ ਵਿਵਸਥਾ ਜਿਹੜੀ ਹੁੰਦੀ ਹੈ, ਰਾਜ ਦਾ ਜਿਹੜਾ ਸਿਸਟਮ ਹੁੰਦਾ ਹੈ, ਉਹਦੇ ਅੰਦਰ ਬਰਾਬਰ ਦੇ ਸਲੂਕ ਤੇ ਇਨਸਾਫ ਦੀ ਇੱਛਾ ਪੈਦਾ ਕਰਦਾ ਹੈ, ਜਿਹੜਾ ਗੁਲਾਮੀ ਦਾ ਅਹਿਸਾਸ ਹੈ। ਕਈ ਵਾਰ ਵਿਤਕਰੇ ਦਾ ਅਹਿਸਾਸ ਵੀ ਪੀੜਤ ਵਰਗ ਦੇ ਅੰਦਰ ਰੋਸ ਤੇ ਗੁੱਸੇ ਦੀ ਭਾਵਨਾ ਜਿਹੜੀ ਹੈ ਉਹ ਪੈਦਾ ਕਰਦਾ। ਪਰ ਇਹ ਰੋਸ ਹੈ ਨਾ ਜਿਹੜਾ, ਇਹ ਜ਼ਿਆਦਾ ਕਰਕੇ ਸਮੇਂ ਦੇ ਹੁਕਮਰਾਨਾਂ ਦੇ ਹੀ ਖਿਲਾਫ ਹੁੰਦਾ, ਰਾਜ ਪ੍ਰਬੰਧ ਦੇ ਖਿਲਾਫ ਨਹੀਂ ਹੁੰਦਾ। ਜਿਹੜਾ ਰੋਸ ਹੈ ਉਹ ਸਿਰਫ ਪਰਸਨ ਟੂ ਪਰਸਨ ਡੀਲ ਕਰਦਾ। ਵਿਤਕਰੇ ਦੇ ਸ਼ਿਕਾਰ, ਜਿਹੜਾ ਵਿਤਕਰੇ ਦਾ ਸ਼ਿਕਾਰ ਬੰਦਾ ਹੁੰਦਾ, ਉਹ ਸਮੇਂ ਦੇ ਹੁਕਮਰਾਨਾਂ ਨਾਲ, ਸਮੇਂ ਦੇ ਹਾਕਮਾਂ ਤੋਂ ਉਸ ਦਾ ਮੋਹ ਭੰਗ ਹੋ ਜਾਂਦਾ ਹੈ, ਪਰ ਉਹਦਾ ਜਿਹੜਾ ਸਿਸਟਮ ਦੇ ਵਿੱਚ ਅਜੇ ਵਿਸ਼ਵਾਸ ਨਹੀਂ ਟੁੱਟਦਾ ਪੂਰਾ। ਉਹਦੇ ਅੰਦਰ ਸੰਬੰਧਿਤ ਸਿਸਟਮ ਦੇ ਅੰਦਰ ਹੀ ਇਨਸਾਫ ਦੀ ਉਮੀਦ ਕਿਤੇ ਨਾ ਕਿਤੇ ਰਹਿੰਦੀ ਹੈ। ਐਗਜ਼ਾਮਪਲ ਹੈ ਇਹਦੀ ਇੱਕ ਸਾਡੇ ਕੋਲ ਕਿ ਭਾਰਤੀ ਹਾਕਮਾਂ ਤੋਂ ਵਾਰ-ਵਾਰ ਧੋਖਾ ਖਾਣ ਤੇ ਜ਼ਲੀਲ ਹੋਣ ਦੇ ਬਾਵਜੂਦ ਅਕਾਲੀ ਲੀਡਰਸ਼ਿਪ ਦਾ ਭਾਰਤੀ ਸਟੇਟ ਦੇ ਅੰਦਰ ਭਰੋਸਾ ਖਤਮ ਨਹੀਂ ਹੋਇਆ ਕਦੇ, ਹੋਣਾ ਵੀ ਨਹੀਂ ਸੀ। ਕੁਰਸੀ ਚਾਹੀਦੀ ਹੁੰਦੀ ਸੀ ਉਹਨਾਂ ਨੂੰ, ਚੰਡੀਗੜ੍ਹ ਵਿਧਾਨ ਸਭਾ ਤੱਕ ਦੀ ਮਾਰਨੇ ਉਹ। ਅਕਾਲੀ ਲੀਡਰ ਸਿੱਖ ਪੰਥ ਨਾਲ ਹੋ ਰਹੇ ਵਿਤਕਰਿਆਂ ਤੇ ਬੇਇਨਸਾਫੀਆਂ ਨੂੰ ਭਾਰਤੀ ਸਟੇਟ ਦੇ ਅਸਲ ਦੇ ਨਾਲ ਜੋੜ ਕੇ ਦੇਖਣ ਤੇ ਸਮਝਣ ਦੀ ਥਾਂ ਤੇ ਇਸ ਨੂੰ ਜਾਂ ਤਾਂ ਕਿਸੇ ਵਿਸ਼ੇਸ਼ ਹੁਕਮਰਾਨ ਜਾਂ ਵਿਸ਼ੇਸ਼ ਖਾਨਦਾਨ ਜਾਂ ਵਿਸ਼ੇਸ਼ ਰਾਜਸੀ ਪਾਰਟੀ ਨਾਲ ਜੋੜ ਕੇ ਦੇਖਦੇ ਰਹੇ। ਵਿਸ਼ੇਸ਼ ਖਾਨਦਾਨ ਸੀ ਨਹਿਰੂ ਪਰਿਵਾਰ, ਵਿਸ਼ੇਸ਼ ਪਾਰਟੀ ਕਿਹੜੀ ਸੀ? ਕਾਂਗਰਸ। ਨਤੀਜਾ ਕੀ ਨਿਕਲਿਆ? ਕਦੇ ਉਹ ਕਾਂਗਰਸ ਪਾਰਟੀ ਦੇ ਅੰਦਰ ਚਲੇ ਜਾਂਦੇ ਤੇ ਕਦੇ ਉਹ ਫੇਰ ਵਾਪਸ ਅਕਾਲੀ ਦਲ 'ਚ ਆ ਜਾਂਦੇ। ਅੱਜ ਵੀ ਇਹੀ ਹਾਲ ਹੈ। ਇਹ ਕਾਂਗਰਸ ਪਾਰਟੀ ਦੇ ਅੰਦਰ ਹੀ ਚੰਗੇ ਤੇ ਮਾੜੇ ਤੱਤਾਂ ਦੇ ਦਰਮਿਆਨ ਨਿਖੇੜਾ ਕਰਨ ਦੀਆਂ ਫਜ਼ੂਲ ਮਸ਼ਕਾਂ ਕਰਦੇ ਰਹੇ। ਕਦੇ ਸਮੁੱਚੀ ਕਾਂਗਰਸ ਲੀਡਰਸ਼ਿਪ ਤੋਂ ਥੱਕ ਹਾਰ ਕੇ
ਵਿਰੋਧੀ ਪਾਰਟੀਆਂ ਕੋਲੋਂ ਸਿੱਖ ਕੌਮ ਦੇ ਭਲੇ ਦੀਆਂ ਬੇਬੁਨਿਆਦ ਉਮੀਦਾਂ ਪਾਲਦੇ ਰਹੇ। ਕਦੇ ਸਮੁੱਚੇ ਹਿੰਦੂ ਰਾਜਸੀ ਵਰਗ ਤੋਂ ਨਿਰਾਸ਼ ਤੇ ਬੇਆਸ ਹੋ ਕੇ ਦੇਸ਼ ਦੇ ਕਾਨੂੰਨ ਤੇ ਨਿਆਂਪਾਲਕਾਂ ਹੱਥੋਂ ਇਨਸਾਫ ਦੀ ਉਮੀਦ ਕਰਦੇ ਰਹੇ। ਅਕਾਲੀ ਲੀਡਰਸ਼ਿਪ ਦੀ ਇਸ ਗੰਦੀ ਚੇਤਨਾ ਦਾ ਸਿਖਰ ਉਦੋਂ ਹੋਇਆ ਜਦੋਂ 1982 ਜੁਲਾਈ 'ਚ ਇੰਦਰਾ ਗਾਂਧੀ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਗਿਆਨੀ ਜੈਲ ਸਿੰਘ ਦੇ ਨਾਮ ਦੀ ਚੋਣ ਕੀਤੀ। ਅਕਾਲੀ ਲੀਡਰਸ਼ਿਪ ਨੇ ਸਿਰਫ ਇਸ ਆਧਾਰ ਤੇ ਕਿ ਇਤਿਹਾਸ 'ਚ ਪਹਿਲੀ ਵਾਰ ਕੋਈ ਸਿੱਖ ਭਾਰਤ ਦਾ ਰਾਸ਼ਟਰਪਤੀ ਬਣਨ ਜਾ ਰਿਹਾ ਹੈ ਤਾਂ ਗਿਆਨੀ ਜੈਲ ਸਿੰਘ ਦੀ ਬਿਨਾਂ ਸ਼ਰਤ ਹਮਾਇਤ ਕਰਨ ਦਾ ਫੈਸਲਾ ਕਰ ਲਿਆ। ਜੇ ਅਕਾਲੀ ਲੀਡਰ ਇੰਡੀਅਨ ਸਟੇਟ ਦੇ ਅਸਲ ਬਾਰੇ ਤੇ ਭਾਰਤ ਦੀ ਰਾਜਸੀ ਹਕੀਕਤ ਬਾਰੇ ਸਾਫ਼ ਤੇ ਸਹੀ ਸਮਝ ਰੱਖਦੇ ਹੁੰਦੇ ਤਾਂ ਉਹਨਾਂ ਨੂੰ ਇਹ ਗੱਲ ਬੁੱਝਣ 'ਚ ਕੋਈ ਮੁਸ਼ਕਲ ਨਹੀਂ ਸੀ ਆਉਣੀ ਚਾਹੀਦੀ ਕਿ ਗਿਆਨੀ ਜੈਲ ਸਿੰਘ ਵਰਗਾ ਹੌਲਾ ਤੇ ਘਟੀਆ ਬੰਦਾ ਰਾਸ਼ਟਰਪਤੀ ਦੇ ਆਸਣ ਤੇ ਬੈਠ ਕੇ ਸਿੱਖ ਕੌਮ ਦਾ ਕੋਈ ਭਲਾ ਕਰ ਸਕਣ ਦੀ ਥਾਂ ਤੇ ਨਾ ਸਿਰਫ ਆਮ ਰੂਪ 'ਚ ਹਿੰਦੂ ਹੁਕਮਰਾਨ ਵਰਗ ਦੇ ਹਿੱਤਾਂ ਦੀ ਪੂਰਤੀ ਕਰੇਗਾ, ਉਹ ਹਿੰਦੂ ਹਿੱਤਾਂ ਦੀ ਪੂਰਤੀ ਦਾ ਲਾਹੇਵੰਦ ਸੰਦ ਹੋ ਨਿਬੜੇਗਾ, ਸਗੋਂ ਨਿੱਜੀ ਤੌਰ ਤੇ ਇੰਦਰਾ ਗਾਂਧੀ ਦਾ ਝਾੜੂ ਬਰਦਾਰ ਬਣਨ 'ਚ ਕੋਈ ਸ਼ਰਮ ਜਾਂ ਸੰਕੋਚ ਨਹੀਂ ਕਰੇਗਾ। ਹੋਇਆ ਵੀ ਇੰਜ, ਜਿਸ ਕਰਕੇ ਸਾਰੀ ਕੌਮ ਨੂੰ ਨਮੋਸ਼ੀ ਝੱਲਣੀ ਪਈ, ਜਲੀਲ ਹੋਣਾ ਪਿਆ ਗਿਆਨੀ ਜੈਲ ਸਿੰਘ ਕਰਕੇ। ਸੋ ਜੇ ਅਸੀਂ ਪੜ੍ਹਾਂਗੇ, ਜੇ ਅਸੀਂ ਅੱਗੇ ਇਸ ਘਟਨਾਵਾਂ ਨੂੰ ਵਿਚਾਰਾਂਗੇ, ਫਿਰ ਸਾਨੂੰ ਇਹ ਸਾਰੇ ਕੁਝ ਦਾ ਪਤਾ ਲੱਗੂਗਾ, ਫਿਰ ਸਾਨੂੰ ਇਹ ਸਾਰਾ ਕੁਝ ਪਤਾ ਚੱਲਣਾ ਅੱਗੇ ਜਾ ਕੇ। ਇੰਡੀਅਨ ਸਟੇਟ ਦੇ ਜਿਹੜਾ ਅਸਲ ਬਾਰੇ ਅਕਾਲੀ ਲੀਡਰਸ਼ਿਪ ਦੀ ਜਿਹੜੀ ਪਹੁੰਚ ਸੀ ਬਿਲਕੁਲ ਸਪਸ਼ਟ ਨਹੀਂ ਸੀ ਤੇ ਭਰਮਾਂ 'ਚ ਗਰਸੀ ਹੋਈ ਸੀ ਤੇ ਉਹਦੇ ਨਾਲੋਂ ਵੀ ਵੱਧ ਸਿੱਖ ਕੌਮ ਲਈ ਇੱਕ ਵੱਡਾ ਰਾਜਨੀਤਿਕ ਸਰਾਪ ਹੈ। ਅਕਾਲੀ ਲੀਡਰ ਇਨਸਾਫ ਹਾਸਲ ਕਰਨ ਲਈ ਇੱਕ ਤੋਂ ਬਾਅਦ ਦੂਜੀ ਲੜਾਈ ਸ਼ੁਰੂ ਕਰਦੇ ਰਹੇ, ਪਰ ਇਨਸਾਫ ਉਹਨਾਂ ਦੇ ਲਈ ਇੱਕ ਭਰਮ ਹੀ ਬਣਿਆ ਰਿਹਾ, ਛਲੇਡਾ ਹੀ ਬਣਿਆ ਰਿਹਾ। ਉਹਨਾਂ ਨੂੰ ਵਾਰ-ਵਾਰ ਕੌੜੇ ਤਜਰਬੇ ਦਾ ਸਵਾਦ ਚਖਣਾ ਪਿਆ, ਪਰ ਆਪਣੇ ਵਜੂਦ ਕਰਕੇ, ਆਪਣਾ ਵਜੂਦ ਜ਼ਾਹਰ ਕਰਨ ਦੀ ਇੱਕ ਕਮਜ਼ੋਰੀ ਦੀ ਵਜ੍ਹਾ ਕਰਕੇ ਉਹ ਇਹਨਾਂ ਨੇ ਕੌੜੇ ਤਜਰਬਿਆਂ 'ਚੋਂ ਕਦੇ ਵੀ ਸਬਕ ਨਹੀਂ ਸਿੱਖਿਆ। ਇਸ ਸਿਧਾਂਤਕ ਜ਼ਹਿਮਤ ਤੋਂ ਸੁਰਖਰੂ ਹੋਣਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸਭ ਤੋਂ ਵੱਡਾ ਗੁਣ ਸੀ। ਅਕਾਲੀ ਲੀਡਰਾਂ ਦੇ ਉਲਟ ਸੰਤ ਭਿੰਡਰਾਂਵਾਲੇ ਨੇ ਸੰਘਰਸ਼ ਦੇ ਅਮਲ ਦੇ ਦੌਰਾਨ ਵਾਪਰੀ ਹਰ ਅਹਿਮ ਘਟਨਾ ਤੋਂ ਯੋਗ ਸਬਕ ਸਿੱਖਿਆ, ਯੋਗ ਸਬਕ ਗ੍ਰਹਿਣ ਕਰਨ ਤੇ ਇਸ ਨੂੰ ਸਿੱਖ ਕੌਮ ਦੀ ਸਮੂਹਕ ਚੇਤਨਾ ਦਾ ਅੰਗ ਬਣਾਉਣ ਦੀ ਸੇਧ ਅਖਤਿਆਰ ਕੀਤੀ ਸੰਤਾਂ ਨੇ। ਨਤੀਜਾ ਕੀ ਨਿਕਲਿਆ? ਜਿੱਥੇ ਅਕਾਲੀ ਲੀਡਰ ਸੰਘਰਸ਼ ਦੇ ਅਮਲ ਦੇ ਦੌਰਾਨ ਪੈਰ-ਪੈਰ ਤੇ ਥਿੜਕਦੇ ਰਹੇ ਤੇ ਆਪ ਸਹੇੜੀਆਂ ਜਿਹੜੀਆਂ ਉਲਝਣਾਂ ਸਨ ਉਹਨਾਂ 'ਚ ਫਸਦੇ ਰਹੇ, ਉੱਥੇ ਸੰਤ ਜਰਨੈਲ ਸਿੰਘ ਵੱਲੋਂ ਹਰ ਮੋੜ ਤੇ, ਹਰ ਜੋੜ ਤੇ ਸਪਸ਼ਟ ਤੇ ਅਡੋਲ ਸੀ ਜਿਹੜਾ ਰਾਹ ਉਹ ਅਖਤਿਆਰ ਕੀਤਾ ਗਿਆ। ਇਤਿਹਾਸ ਗਵਾਹ, ਅਸੀਂ ਪੜ੍ਹ ਲਓ। ਹੁਣ ਜਿਉਂਦੇ ਰਹਿਣ ਸਾਡੇ ਜਿਹੜੇ ਛੋਟੇ ਵੀਰ ਨੇ, ਉਹ ਅੱਗੇ ਚੱਲ ਕੇ ਇਹ ਜਿਹੜੀ ਪਹੁੰਚ ਹੈ ਉਸ ਨੂੰ ਅਪਣਾਉਣ ਤਾਂ ਪੜ੍ਹਨ ਉਹ ਜ਼ਰੂਰ, ਉਹਨਾਂ ਨੂੰ ਬਹੁਤ ਕੁਝ ਪਤਾ ਚੱਲੇਗਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜੀਵਨੀ ਤੋਂ। ਲੜਾਈ ਨੂੰ ਬਹੁਤ ਕਾਰਗਰ ਤਰੀਕੇ ਨਾਲ ਲੜਨ ਲਈ ਦੋ ਗੱਲਾਂ ਬਹੁਤ ਜ਼ਰੂਰੀ ਨੇ, ਸਪਸ਼ਟ ਹੋਣਾ ਜ਼ਰੂਰੀ ਹੈ ਦੋ ਗੱਲਾਂ 'ਚ। ਪਹਿਲੀ ਗੱਲ ਇਹ ਹੈ ਕਿ ਲੜਾਈ ਲੜਨੀ ਕਾਹਦੇ ਵਾਸਤੇ ਹੈ, ਤੇ ਦੂਜੀ ਗੱਲ ਇਹ ਹੈ ਲੜਾਈ ਲੜਨੀ ਕਿਹਦੇ ਖਿਲਾਫ ਲੜਨੀ ਹੈ। ਲੜਾਈ ਮਤਲਬ ਦੁਸ਼ਮਣ ਤੇ ਉਦੇਸ਼ ਇਹ ਸਪਸ਼ਟ ਹੋਣੇ ਚਾਹੀਦੇ ਨੇ, ਸਾਫ਼ ਦਿਖਣੇ ਚਾਹੀਦੇ ਨੇ ਤੁਹਾਨੂੰ ਸਾਹਮਣੇ ਆਪਣੇ। ਇਹ ਪੱਲੇ ਬੰਨ੍ਹ ਲਓ ਆਪਣੇ ਦੋਵੇਂ ਗੱਲਾਂ। ਇਹਨਾਂ ਦੋਵਾਂ ਹੀ ਗੱਲਾਂ ਤੇ ਅਕਾਲੀ ਲੀਡਰਾਂ ਦੀ ਜਿਹੜੀ ਸਮਝ ਹੈ ਉਹ ਨਾ ਤਾਂ ਸਪਸ਼ਟ ਸੀ ਤੇ ਬਲਕਿ ਉਹ ਉਲਝਣਾਂ 'ਚ ਫਸੀ ਹੋਈ ਸੀ। ਉਹ ਨਾ ਸੰਘਰਸ਼ ਦੇ ਉਦੇਸ਼ਾਂ ਬਾਰੇ ਸਪਸ਼ਟ ਸਨ, ਇੱਕ ਚਿੱਤ ਸਨ, ਤੇ ਨਾ ਦੁਸ਼ਮਣ ਬਾਰੇ ਨਾ ਉਹ ਸਾਫ਼ ਤੇ ਨਿਖਰੀ ਹੋਈ ਸਮਝ ਰੱਖਦੇ ਸਨ। ਇਸੇ ਕਰਕੇ ਸੰਘਰਸ਼ ਦੇ ਅਮਲ ਦੇ ਦੌਰਾਨ ਵਾਰ-ਵਾਰ ਉਹ ਥਿੜਕਦੇ ਰਹੇ ਤੇ ਸੰਘਰਸ਼ ਨੂੰ ਅੱਧ ਵਿਚਾਲਿਓਂ ਡੋਬਾ ਦੇ ਕੇ ਬੇਅਸੂਲੇ ਸਮਝੌਤਿਆਂ ਵੱਲ ਉਲਰ ਜਾਣ ਦੀ ਰੁਚੀ ਅਕਾਲੀ ਲੀਡਰਸ਼ਿਪ ਦਾ ਅੰਗ ਸੀ, ਲੱਛਣ ਬਣ ਕੇ ਰਹਿ ਗਈ ਇੱਕ। ਤਾਂ ਸੰਤ ਜਰਨੈਲ ਸਿੰਘ ਜਿਨ੍ਹਾਂ ਹਿੰਦੂ ਹਾਕਮਾਂ ਦੇ ਸਿੱਖ ਦੁਸ਼ਮਣ ਖਾਸੇ ਦੇ ਪ੍ਰਤੀ ਜਾਗਰੂਕ ਸਨ, ਉਨੇ ਹੀ ਅਕਾਲੀ ਲੀਡਰਾਂ ਦੀਆਂ ਸਿਧਾਂਤਕ ਮਰਜ਼ਾਂ ਤੇ ਕਮਜ਼ੋਰੀਆਂ ਬਾਰੇ ਵੀ ਬਰਾਬਰ ਜਾਣੀ ਜਾਣ ਸਨ। ਉਹ ਇਹ ਨਹੀਂ ਸੀ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਕਿੱਥੇ ਧੋਖਾ ਦੇਣਗੇ, ਕਿੱਥੇ ਕਮਜ਼ੋਰ ਨੇ ਇਹ, ਕਿੱਥੇ ਬੇਈਮਾਨ ਨੇ, ਕਿੱਥੇ ਧੋਖੇਬਾਜ਼ ਨੇ, ਸਾਰਾ ਪਤਾ ਸੀ ਸੰਤਾਂ ਨੂੰ। ਤੇ ਜੇ 1978 ਤੋਂ ਲੈ ਕੇ 1984 ਤੱਕ ਸੰਤ 6 ਸਾਲ ਕੱਢ ਗਏ ਤਾਂ ਆਪਣੀ ਸਮਝ ਬੂਝ ਤੇ ਅਕਾਲ ਪੁਰਖ 'ਚ ਅਟੁੱਟ ਵਿਸ਼ਵਾਸ ਭਰੋਸੇ ਕਰਕੇ ਉਹਨਾਂ ਨੇ ਕੱਢੇ 6 ਸਾਲ ਦੇ ਵਿੱਚ ਉਹਨਾਂ ਨੇ ਕੌਮ ਨੂੰ ਉਸ ਕੰਢੇ ਤੇ ਲਾ ਦਿੱਤਾ ਸੀ ਜਿੱਥੇ ਕੋਈ 6 ਸਦੀਆਂ 'ਚ ਨਹੀਂ ਸੀ ਲਾ ਸਕਦਾ ਕੌਮ ਨੂੰ। ਪਰ ਲਾਹਨਤ ਹੈ ਇਹੋ ਜਿਹੇ ਲੀਡਰਾਂ ਦੇ ਜਿਨ੍ਹਾਂ ਨੇ ਉਹ 6 ਸਾਲਾਂ ਦੀ ਜਿਹੜੀ ਸੰਤਾਂ ਦੀ ਮਿਹਨਤ ਸੀ ਉਹਨੂੰ ਸਿਰਫ 2 ਸਾਲਾਂ ਦੇ ਵਿੱਚ ਮਿੱਟੀ 'ਚ ਰੋਲਣ ਦੀ ਕਸਰ ਕੋਈ ਨਹੀਂ ਛੱਡੀ ਹੈਗੀ। ਬਾਕੀ ਸਾਡੇ ਸਾਹਮਣੇ ਹੈ ਸਾਰਾ ਕੁਝ। ਤਾਂ ਇਹ ਸਾਰੀਆਂ ਗੱਲਾਂ ਨੇ। ਇਸੇ ਕਰਕੇ ਜਿਹੜਾ ਹੈ ਨਾ ਉਹਨਾਂ ਦੇ ਸਿੱਖ ਸੰਘਰਸ਼ ਦੀ ਜਿਹੜੀ ਧਾਰ ਨੂੰ ਸਿੱਖ ਕੌਮ ਦੇ ਬਾਹਰਲੇ ਦੁਸ਼ਮਣ ਹਿੰਦੂ ਹਾਕਮਾਂ ਦੇ ਖਿਲਾਫ
ਸਿੱਧੀ ਰੱਖਦੇ ਤੇ ਨਾਲ ਹੀ ਅਕਾਲੀ ਲੀਡਰਾਂ ਦੀ ਹਰ ਥਿੜਕਣ ਤੇ ਕਮਜ਼ੋਰੀ ਤੇ ਕਰੜੀ ਨਜ਼ਰ ਰੱਖ ਕੇ ਚੱਲਣ ਅਤੇ ਸਿੱਖ ਜਨਤਾ ਨੂੰ ਇਸ ਬਾਰੇ ਲਗਾਤਾਰ ਚੌਕਸ ਕਰਦੇ ਰਹਿਣ ਦੀ ਲੋੜ ਤੇ ਅਹਿਮੀਅਤ ਨੂੰ ਇੱਕ ਪਲ ਵੀ ਉਹਨਾਂ ਨੇ ਮਨੋਂ ਨਹੀਂ ਵਿਸਾਰਿਆ ਹੈਗਾ। ਇਸੇ ਕਰਕੇ ਸਿੱਖ ਸੰਘਰਸ਼ ਦੇ ਅਗਲੇ ਦੌਰ ਦੇ ਅੰਦਰ ਲੜਾਈ ਦੇ ਦੋਵੇਂ ਬਾਹਰਲੇ ਤੇ ਅੰਦਰੂਨੀ ਮੋਰਚੇ ਲਗਾਤਾਰ ਪੱਕੇ ਰਹੇ ਤੇ ਸੰਤਾਂ ਨੇ ਦੋਵੇਂ ਮੋਰਚਿਆਂ ਤੇ ਨਜ਼ਰ ਬਰਾਬਰ ਰੱਖੀ। ਉਹਨਾਂ ਦਾ ਸਾਥ ਦੇਣ ਵਾਲਾ ਕੋਈ ਨਹੀਂ ਸੀ ਹੈਗਾ। ਜਿੰਨੇ ਵੀ ਉਹਨਾਂ ਦੇ ਸਲਾਹਕਾਰ ਸਨ ਜਾਂ ਉਹਨਾਂ ਦੇ ਨਾਲ ਸਨ, ਸਿੰਘ ਸਨ ਚਾਹੇ, ਉਹ ਵੀ ਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਸਨ ਉਹ ਉਹਨਾਂ ਨੂੰ ਕਿੰਨੀ ਕੁ ਚੰਗੀ ਸਲਾਹ ਦੇ ਸਕਦੇ ਸਨ ਜਾਂ ਕਿਸ ਤਰੀਕੇ ਨਾਲ ਉਹ ਕੌਮ ਦੀ ਅਗਵਾਈ ਕਰ ਰਹੇ ਇੱਕ ਮਹਾਨ ਬ੍ਰਹਮ ਗਿਆਨੀ ਜਰਨੈਲ ਸੰਤਾਂ ਨੂੰ ਕਿੰਨੀ ਕੁ ਸੇਧ ਦੇ ਸਕਦੇ ਸਨ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਸੋ ਇਸੇ ਕਰਕੇ ਸੰਘਰਸ਼ ਦੇ ਅਗਲੇ ਦੌਰ 'ਚ ਕਾਫੀ ਉਤਰਾਅ ਚੜ੍ਹਾਅ ਆਏ, ਜਿੱਥੇ ਭਾਰਤੀ ਹਾਕਮਾਂ ਦੇ ਖਿਲਾਫ ਸਿੱਖ ਪੰਥ ਦਾ ਕੌਮੀ ਸੰਘਰਸ਼ ਲਗਾਤਾਰ ਤੇਜ਼ ਹੁੰਦਾ ਗਿਆ, ਉੱਥੇ ਨਾਲ ਹੀ ਸਿੱਖ ਕੌਮ ਦੇ ਅੰਦਰ ਸਿਧਾਂਤਕ ਜਦੋਜਹਿਦ ਤੇ ਜਿਹੜੀ ਸਫਬੰਦੀ ਦਾ ਜਿਹੜਾ ਅਮਲ ਹੈ ਉਹ ਵੀ ਲਗਾਤਾਰ ਪ੍ਰਚੰਡ ਹੁੰਦਾ ਗਿਆ। ਇਸ ਤਰੀਕੇ ਨਾਲ ਅਸੀਂ ਇਹ ਸਾਰੀ ਗੱਲ ਨੂੰ ਦੇਖਦੇ ਹਾਂ। ਸੰਤਾਂ ਬਾਰੇ ਜਿੰਨੀ ਗੱਲ ਕੀਤੀ ਜਾਵੇ, ਮੈਂ ਕਹਿੰਦਾ ਕਿ ਜੇ ਅਸੀਂ ਲਗਾਤਾਰ ਵੀ ਗੱਲ ਕਰਦੇ ਰਹੀਏ ਤਾਂ ਸਾਨੂੰ 1 ਸਾਲ ਤੱਕ ਜੇ ਰੋਜ਼ ਘੰਟਾ ਅਸੀਂ ਕਰਦੇ ਰਹੀਏ ਤਾਂ ਇਹ ਗੱਲ ਖਤਮ ਨਹੀਂ ਹੋਣੀ ਹੈਗੀ। ਪਰ ਇੱਥੇ ਅਸੀਂ ਦੂਜੀ ਗੱਲ ਕਰਦੇ ਹਾਂ ਕਿ ਸ਼੍ਰੀ ਦਰਬਾਰ ਸਾਹਿਬ ਦੀ ਅਹਿਮੀਅਤ ਕੀ ਹੈ ਸਿੱਖਾਂ ਦੇ ਲਈ। ਸ਼੍ਰੀ ਦਰਬਾਰ ਸਾਹਿਬ ਦਾ ਜਿਹੜਾ ਪਵਿੱਤਰਤਾ, ਜਿਹੜਾ ਸੰਕਲਪ ਹੈ ਜਾਂ ਉਹ ਜਿਹੜੀ ਰੂਹਾਨੀਅਤ ਹੈ ਉੱਥੋਂ ਦੀ, ਉਹ ਸੰਤ ਜਰਨੈਲ ਸਿੰਘ ਨਾਲੋਂ ਵੱਖ ਕਰਕੇ ਨਹੀਂ ਅਸੀਂ ਦੇਖ ਸਕਦੇ, ਕਿਉਂਕਿ ਉਹ ਲੜਾਈ ਲੜੀ ਉੱਥੇ ਗਈ, ਉਸ ਸਥਾਨ ਤੇ ਲੜੀ ਗਈ। ਸਰਦਾਰ ਕਪੂਰ ਸਿੰਘ ਹੋਏ ਨੇ, ਬੱਚਾ ਜਾਣਦਾ ਸਿੱਖਾਂ ਦਾ, ਬਹੁਤ ਵੱਡੇ ਵਿਦਵਾਨ ਹੋਏ ਨੇ ਸਿੱਖ ਕੌਮ ਦੇ। ਉਹਨਾਂ ਨੇ ਹਰਿਮੰਦਰ ਸਾਹਿਬ ਤੇ ਭਾਰਤ ਸਰਕਾਰ ਦੇ ਫੌਜੀ ਹਮਲੇ ਤੋਂ ਕੋਈ 10 ਸਾਲ ਪਹਿਲਾਂ, ਜਦੋਂ ਭਾਰਤ ਦੇ ਹਿੰਦੂ ਹੁਕਮਰਾਨ ਵਰਗ ਨਾਲ ਸਿੱਖ ਕੌਮ ਦੇ ਟਕਰਾਅ ਦੇ ਲੱਛਣ ਸਾਫ਼ ਉਹਨਾਂ ਨੇ ਦੇਖ ਲਏ ਸਨ, ਉਹਨਾਂ ਨੇ ਦੇਸ਼ ਦੇ ਹਾਕਮਾਂ ਨੂੰ ਸਿਆਣੀ ਮੱਤ ਤੇ ਨੇਕ ਮਸ਼ਵਰਾ ਦੇਣ ਦੇ ਲਈ ਇੱਕ ਲੇਖ ਲਿਖਿਆ ਸੀ। ਉਹ ਲੇਖ ਅਸੀਂ ਪੜ੍ਹਿਆ। ਉਹ ਲੇਖ 'ਚ ਕਾਫੀ ਸਾਨੂੰ ਪਹਿਲਾਂ ਹੀ ਕਾਫੀ ਕੁਝ ਪਤਾ ਲੱਗ ਜਾਂਦਾ, ਜਿਵੇਂ ਇੱਕ ਤਰ੍ਹਾਂ ਦੀ ਭਵਿੱਖਬਾਣੀ ਹੁੰਦੀ ਹੈ ਨਾ, ਉਸ ਤਰੀਕੇ ਨਾਲ ਇਹ ਲੇਖ ਲਿਖਿਆ ਸੀ ਉਹਨਾਂ ਨੇ। ਤਾਂ ਉਹ ਜਿਹੜਾ ਉਹਨਾਂ ਨੇ ਲੇਖ ਲਿਖਿਆ ਸੀ, ਬਿਲਕੁਲ ਅਸੀਂ ਉਸ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਜਿਹੜੀ ਵਿਚਾਰਧਾਰਾ ਉਹਦੇ ਨਾਲ ਤੋੜ ਕੇ ਨਹੀਂ ਦੇਖ ਸਕਦੇ ਹੈਗੇ। ਇਸ ਲੇਖ 'ਚ ਬਣ ਰਹੇ ਉਸਰ ਰਹੇ ਟਕਰਾਅ ਦੀਆਂ ਸਿਧਾਂਤਕ ਬੁਨਿਆਦਾਂ ਦੀ ਨਿਸ਼ਾਨਦੇਹੀ ਕੀਤੀ ਸੀ ਤੇ ਨਾਲ ਹੀ ਉਸ ਮੰਦਭਾਗੇ ਟਕਰਾਅ ਤੋਂ ਬਚਣ ਦਾ ਇੱਕ ਨੁਸਖਾ ਵੀ ਸੁਝਾਇਆ ਸੀ ਸਰਦਾਰ ਕਪੂਰ ਸਿੰਘ ਹੋਰਾਂ ਨੇ। ਤੇ ਇਸ ਲੇਖ ਦੇ ਰਾਹੀਂ ਸਰਦਾਰ ਕਪੂਰ ਸਿੰਘ ਨੇ ਭਾਰਤੀ ਹਾਕਮਾਂ ਦੇ ਖਾਨੇ 'ਚ ਇਹ ਗੱਲ ਪਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਦੀ ਨੀਤ ਸਿੱਖਾਂ ਨਾਲ ਰਸਾਈ ਤੇ ਸਮਝੌਤਾ ਕਰਕੇ ਚੱਲਣ ਦੀ ਹੋਵੇ ਜਾਂ ਉਹਨਾਂ ਨੂੰ ਕੁੱਟ ਕੇ ਦਰੜ ਕੇ ਹੇਠਾਂ ਲਾਉਣ ਦੀ। ਦੋਵਾਂ ਹਾਲਤਾਂ 'ਚ ਉਹਨਾਂ ਨੂੰ ਸਿੱਖਾਂ ਦੀ ਪੋਜੀਸ਼ਨ ਤੇ ਨੁਕਤਾ ਨਜ਼ਰ ਨੂੰ ਸ਼ੁੱਧ ਹਿਰਦੇ ਨਾਲ ਸਮਝਣ ਦਾ ਯਤਨ ਕਰਨਾ ਚਾਹੀਦਾ ਘੱਟੋ ਘੱਟ। ਕਪੂਰ ਸਿੰਘ ਦਾ ਮੰਨਣਾ ਤੇ ਕਹਿਣਾ ਸੀ ਕਿ ਸਿੱਖਾਂ ਦੇ ਰਾਜਸੀ ਰੁਖ ਦੇ ਕਾਰਨ, ਰਾਜਸੀ ਵਤੀਰੇ ਤੇ ਪੈਂਤੜੇ ਨੂੰ ਸਮਝਣ ਲਈ ਉਹਨਾਂ ਦੇ ਬੀਤੇ ਇਤਿਹਾਸ ਤੇ ਸਿੱਖਾਂ ਦੀਆਂ ਪਰੰਪਰਾਵਾਂ ਨੂੰ, ਉਹਨਾਂ ਦੇ ਤਰੀਕਿਆਂ ਤੇ ਸਿਧਾਂਤਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤੇ ਇਸ ਉਦੇਸ਼ ਦੇ ਲਈ ਹੋਰ ਵੀ ਵੱਧ ਜ਼ਰੂਰੀ ਹੈ ਸ਼੍ਰੀ ਹਰਿਮੰਦਰ ਸਾਹਿਬ ਦੇ ਵੱਖਰੇ ਤੇ ਨਿਆਰੇ ਮਹੱਤਵ ਅਤੇ ਸਿਧਾਂਤ ਦੇ ਅਸਲ ਨੂੰ ਸਮਝਣਾ, ਕਿਉਂਕਿ ਸ਼੍ਰੀ ਹਰਿਮੰਦਰ ਸਾਹਿਬ ਨਿਆਰੇ ਸਿੱਖ ਫਲਸਫੇ ਦਾ ਬਹੁਤ ਸੁੰਦਰ ਤੇ ਸੂਲ ਇਜ਼ਹਾਰ ਹੈ। ਇਹ ਸਰਦਾਰ ਕਪੂਰ ਸਿੰਘ ਦੇ ਜੇ ਲੇਖ ਤੇ ਆਪਾਂ ਨਜ਼ਰ ਮਾਰੀਏ ਤਾਂ ਸਾਨੂੰ ਬਹੁਤ ਚੰਗੇ ਤਰੀਕੇ ਨਾਲ ਇਹ ਸਾਰਾ ਕੁਝ ਪਤਾ ਚੱਲ ਜਾਂਦਾ। ਉਹ ਕੀ ਲਿਖਦੇ ਨੇ ਲੇਖ ਦੇ ਵਿੱਚ, ਲੇਖ ਇੱਥੇ ਪੜ੍ਹਨਾ ਬਹੁਤ ਜ਼ਰੂਰੀ ਹੈ ਸਾਡੇ ਲਈ। ਫਿਰ ਸਾਨੂੰ ਅੱਗੇ ਆਪਾਂ ਤੁਰਾਂਗੇ ਘਟਨਾਵਾਂ ਦੇ, ਕਿਉਂਕਿ ਜਿਹੜੀਆਂ ਗੱਲਾਂ ਨੂੰ ਸਮਝਣਾ ਜ਼ਰੂਰੀ ਹੈ ਜਾਂ ਜਿਹੜੀਆਂ ਗੱਲਾਂ ਨੂੰ ਹਵਾਲੇ ਦੇ ਕੇ ਅਸੀਂ ਸੰਤਾਂ ਦੀ ਜਿਹੜੀ ਸ਼ਖਸੀਅਤ ਹੈ ਉਸ ਨੂੰ ਉਭਾਰ ਸਕਦੇ ਹਾਂ, ਉਹ ਜ਼ਰੂਰ ਅਸੀਂ ਕਰਾਂਗੇ ਗੱਲਾਂ। ਉਹ ਆਪਣੇ ਲੇਖ 'ਚ ਲਿਖਦੇ ਨੇ, ਸਰਦਾਰ ਕਪੂਰ ਸਿੰਘ 1974 'ਚ ਲਿਖਿਆ ਸੀ ਇਹ ਲੇਖ। ਉਹ ਕਹਿੰਦੇ ਨੇ ਕਿ ਸੰਸਾਰ ਇਤਿਹਾਸ ਅੰਦਰਲੇ ਧਾਰਮਿਕ ਜਾਂ ਰਾਜਸੀ ਕੇਂਦਰਾਂ 'ਚ ਗੋਲਡਨ ਟੈਂਪਲ ਸ਼੍ਰੀ ਹਰਿਮੰਦਰ ਸਾਹਿਬ ਦੀ ਹੈਸੀਅਤ ਤੇ ਰੁਤਬਾ ਅਨੂਠਾ ਹੈ। ਇਹ ਸਿੱਖਾਂ ਦਾ ਮੱਕਾ ਹੈ ਕਿਉਂਕਿ ਸਿੱਖਾਂ ਦਾ ਧਾਰਮਿਕ ਮਰਕਜ਼ ਹੈ ਇਹ, ਪਰ ਇਹ ਇਸ ਨਾਲੋਂ ਵੱਧ ਕੇ ਹੋਰ ਵੀ ਹੈ। ਇਹ ਰੋਮ ਦਾ ਸੇਂਟ ਪੀਟਰਸ ਹੈ ਕਿਉਂਕਿ ਸਿੱਖਾਂ ਦੀ ਦੀਨੀ ਪਾਤਸ਼ਾਹੀ ਸ਼੍ਰੀ ਦਰਬਾਰ ਸਾਹਿਬ ਹੀ ਹੈ, ਪਰ ਕਹਿੰਦੇ ਇਹ ਇਸ ਦੇ ਨਾਲੋਂ ਵੱਧ ਕੇ ਹੋਰ ਵੀ ਬਹੁਤ ਕੁਝ ਹੈ ਅਤੇ ਨਾਲ ਹੀ ਕੁਝ ਘੱਟ ਤੇ ਵੱਖਰਾ ਵੀ। ਸਿੱਖ ਧਰਮ 'ਚ ਕਿਸੇ ਸਥਾਪਿਤ ਪੁਜਾਰੀ ਵਰਗ ਦੀ ਕੋਈ ਵਿਵਸਥਾ ਨਹੀਂ। ਇਸੇ ਕਰਕੇ ਸਿੱਖਾਂ ਦੀ ਅਜਿਹੀ ਕੋਈ ਮਜ਼ਹਬੀ ਜਨੂਨੀ ਰਾਜਸੀ ਰਿਆਸਤ ਨਹੀਂ ਹੋ ਸਕਦੀ ਜਿੱਥੇ ਪੁਜਾਰੀ ਅਦ੍ਰਿਸ਼ਟ ਪਰਮਾਤਮਾ ਦੇ ਨਾਮ ਤੇ ਆਪਣਾ ਹੁਕਮ ਚਲਾ ਸਕਣ।
ਉਹਨਾਂ ਸਿੱਖਾਂ ਕੋਲ ਦੈਵੀ ਤੌਰ ਤੇ ਪ੍ਰਗਟ ਤੇ ਪ੍ਰਵਾਨਿਤ ਸ਼ਹਿਰੀ ਕਾਨੂੰਨ ਦੀ ਕੋਈ ਸੈਂਚੀ ਨਹੀਂ। ਇਸ ਕਰਕੇ ਉਹਨਾਂ ਨੂੰ ਧਰਮ ਨਿਰਪੱਖ ਸੈਕੂਲਰ ਅਤੇ ਗੈਰ ਧਰਮਤੰਤਰੀ ਕਾਨੂੰਨਾਂ ਤੇ ਆਧਾਰਿਤ ਰਾਜ ਉਸਾਰਨਾ ਪੈਣਾ ਹੈ। ਇਹ ਸੇਂਟ ਪੀਟਰ ਨਾਲੋਂ ਕੁਝ ਵੱਧ ਹੋਰ ਇਸ ਕਰਕੇ ਹੈ ਕਿ ਮੌਜੂਦਾ ਘੜੀ 'ਚ ਰਾਜਸੀ ਤੰਤਰ ਬਾਰੇ ਭਾਵੇਂ ਕੋਈ ਵੀ ਹੋਵੇ, ਸਿੱਖਾਂ ਦੀ ਅਖੀਰੀ ਆਸਥਾ ਦਾ ਅਸਲੀ ਠਿਕਾਣਾ ਇਹ ਸ੍ਰੀ ਦਰਬਾਰ ਸਾਹਿਬ ਹੀ ਹੈ। ਉਹ ਕਹਿੰਦੇ ਕਿ ਇਹ ਸਿੱਖਾਂ ਦਾ ਵਾਰਾਣਸੀ ਜਾਂ ਬਨਾਰਸ ਹੈ ਕਿਉਂਕਿ ਇਹ ਸਿੱਖ ਮਤ ਦਾ ਧਰਮ ਪਵਿੱਤਰ ਅਸਥਾਨ ਹੈ। ਪਰ ਅਸਲ ਗੱਲ ਇਹ ਵੀ ਨਹੀਂ, ਕਿਉਂਕਿ ਖਰਾ ਸਿੱਖ ਸਿਧਾਂਤ ਕਿਸੇ ਅਜਿਹੀ ਪਰੰਪਰਾ ਜਾਂ ਵਿਸ਼ਵਾਸ ਨੂੰ ਮੰਨਦਾ ਹੀ ਨਹੀਂ ਜੋ ਰੱਬੀ ਨੂਰ ਨੂੰ ਭੂਗੋਲ ਨਾਲ ਬੰਨ੍ਹਦਾ ਹੋਵੇ। ਇਹ ਸਿੱਖ ਧਰਮ ਦਾ ਯਰੂਸ਼ਲਮ ਹੈ, ਕਿਉਂਕਿ ਸਿੱਖ ਧਰਮ ਦੇ ਖੁਦਾਈ ਆਗਮਨ ਦਾ ਇਤਿਹਾਸਕ ਕੇਂਦਰ ਹੈ ਇਹ। ਪਰ ਅਸਲ 'ਚ ਇਹ ਗੱਲ ਵੀ ਨਹੀਂ ਕਹਿੰਦੇ, ਕਿਉਂਕਿ ਇਹ ਧਰਮ ਵਜੋਂ ਸਿੱਖ ਮਤ ਇਤਿਹਾਸ ਨਾਲ ਨਹੀਂ ਬੱਝਾ ਹੋਇਆ। ਭਾਵ ਇਹਦੀ ਪ੍ਰਮਾਣਿਕਤਾ ਜਿਹੜੀ ਹੈਗੀ ਹੈ ਉਹ ਕਿਸੇ ਇਤਿਹਾਸਕ ਵਾਕਿਆਤ ਨਾਲ ਨਹੀਂ ਜੁੜੀ ਹੋਈ ਜਾਂ ਕਿਸੇ ਇਤਿਹਾਸਕ ਵਰਤਾਰੇ ਦੀ ਮੁਹਤਾਜ ਨਹੀਂ। ਉਹ ਕਹਿੰਦੇ ਕਿ ਇਹ ਸਹੀ ਮਾਨਿਆਂ ਵਿੱਚ ਸਿੱਖਾਂ ਦੀ ਰਾਜਧਾਨੀ ਹੈ, ਕਿਉਂਕਿ ਸਿਆਸੀ ਰਾਜਧਾਨੀ ਦੇ ਵਾਸਤੇ ਆਪਣੀ ਰਿਆਸਤ ਜ਼ਰੂਰੀ ਹੈ, ਤੇ ਜੇ ਸਿੱਖਾਂ ਕੋਲ ਅਜਿਹੀ ਰਿਆਸਤ ਹੋਵੇ ਤਾਂ ਵੀ ਇਹ ਗੱਲ ਕਦਾਚਿਤ ਜ਼ਰੂਰੀ ਨਹੀਂ ਕਿ ਉਹਨਾਂ ਦਾ ਪ੍ਰਬੰਧਕੀ ਕੇਂਦਰ ਲਾਜ਼ਮੀ ਤੌਰ ਤੇ ਅੰਮ੍ਰਿਤਸਰ ਵਿਖੇ ਹੀ ਹੋਵੇਗਾ। ਉਹ ਕਹਿੰਦੇ ਮੰਨ ਲਵੋ ਜੇਕਰ ਇਹ ਵੀ ਹੋ ਜਾਵੇ ਤਾਂ ਵੀ ਗੋਲਡਨ ਟੈਂਪਲ ਤੇ ਇਹਦੇ ਕੰਪਲੈਕਸ ਦਾ ਇਸ ਪ੍ਰਸ਼ਾਸਨਿਕ ਕੇਂਦਰ ਤੋਂ ਖਾਸ ਕਿਸਮ ਦਾ ਸੁਤੰਤਰ ਖਾਸਾ ਬਰਕਰਾਰ ਰਹੇਗਾ। ਜਦੋਂ ਸਿੱਖਾਂ ਕੋਲ ਆਪਣੀ ਆਜ਼ਾਦ ਬਾਦਸ਼ਾਹਤ ਨਹੀਂ ਤਾਂ ਗੋਲਡਨ ਟੈਂਪਲ ਤੇ ਇਸ ਦੇ ਸਾਰੇ ਭਵਨ ਸਮੂਹ ਦਾ ਧਾਰਮਿਕ ਸਿਆਸੀ ਦਰਜਾ ਬਰਾਬਰ ਬਰਕਰਾਰ ਹੈ। ਵੇਲੇ ਦੀ ਰਾਜਸੀ ਸੱਤਾ ਇਸ ਨੂੰ ਭਾਵੇਂ ਹੀ ਤਾਕਤ ਦੇ ਜ਼ੋਰ ਨਾਲ ਦਬਾ ਦੇਵੇ, ਸਿੱਖ ਪੰਥ ਅੰਦਰਲੇ ਕੁਝ ਲੋਕ ਭਾਵੇਂ ਹੀ ਇਸ ਦਰਜੇ ਬਾਰੇ ਸਮਕਾਲੀ ਸੱਤਾ ਨਾਲ ਸਮਝੌਤਾ ਕਰ ਜਾਣ ਜਾਂ ਸਿਆਸਤਦਾਨ ਇਸ ਬਾਰੇ ਲੱਖ ਕਿੰਤੂ ਪਰੰਤੂ ਪਏ ਕਰਨ, ਪਰ ਇਸ ਦਾ ਇਹ ਦਰਜਾ ਬੁਲੰਦ ਹੈ ਅਤੇ ਇਸ ਨੂੰ ਮਿਟਾਇਆ ਨਹੀਂ ਜਾ ਸਕਦਾ, ਕਿਉਂਕਿ ਇਹ ਤਾਂ ਜਨਮ ਸਿੱਧ ਹੈ ਅਤੇ ਇਹ ਕਿਸੇ ਆਗਿਆ, ਆਦੇਸ਼, ਹੁਕਮ ਦਾ ਮੁਹਤਾਜ ਨਹੀਂ ਹੈ। ਸੋ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਅੱਗੇ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਇਹ ਜਿਹੜਾ ਸੰਕਲਪ ਹੈ ਇਹ ਉਹਨਾਂ ਦੇ ਜ਼ਿਹਨ ਦੇ ਵਿੱਚ ਸੀ, ਕਿਤੇ ਇਸ ਤੋਂ ਵੱਧ ਸੀ। ਜੋ ਸਰਦਾਰ ਕਪੂਰ ਸਿੰਘ ਹੋਰਾਂ ਨੇ ਸ਼ਬਦਾਂ 'ਚ ਬੰਨਿਆ ਇਸ ਤੋਂ ਵੀ ਕਿਤੇ ਉੱਪਰ ਸੀ। ਇਹ ਜਿਹੜੀ ਬਿਆਨਕਾਰੀ ਹੈ ਸਰਦਾਰ ਕਪੂਰ ਸਿੰਘ ਹੋਰਾਂ ਦੀ, ਉਹ ਇਹ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਤੇ ਇਹਦੇ ਨਾਲ ਜੁੜਵੇਂ ਜਿੰਨੇ ਵੀ ਇਮਾਰਤਾਂ ਨੇ, ਗੁਰਦੁਆਰਾ ਸਾਹਿਬਾਨ ਨੇ, ਹੋਰ ਨਾਲ ਲੱਗਦੇ, ਉਹਨਾਂ ਨੂੰ ਸੰਸਾਰ ਇਤਿਹਾਸ ਅੰਦਰਲੇ ਹੋਰਨਾਂ ਧਾਰਮਿਕ ਜਾਂ ਰਾਜਨੀਤਿਕ ਕੇਂਦਰਾਂ ਵਾਂਗੂ ਨਹੀਂ ਦੇਖਿਆ ਜਾਣਾ ਚਾਹੀਦਾ। ਇਸ ਉੱਤੇ ਉਹ ਨੇਮ ਜਾਂ ਮਾਪਦੰਡ ਲਾਗੂ ਨਹੀਂ ਹੁੰਦੇ ਜਿਹੜੇ ਵੈਟੀਕਨ, ਮੱਕਾ, ਬਨਾਰਸ ਜਾਂ ਯਰੂਸ਼ਲਮ ਤੇ ਲਾਗੂ ਹੁੰਦੇ ਨੇ। ਉਹ ਕਹਿੰਦੇ ਇਹਦੀ ਹੈਸੀਅਤ ਤੇ ਰੁਤਬਾ ਬਿਲਕੁਲ ਵੱਖਰਾ ਹੈ। ਇਸ ਸਬੰਧ 'ਚ ਦੋ ਅਟੱਲ ਸੱਚਾਈਆਂ ਹਮੇਸ਼ਾ ਯਾਦ ਰਹਿਣੀਆਂ ਚਾਹੀਦੀਆਂ ਨੇ। ਇੱਕ ਇਹ ਕਿ ਰੁਤਬਾ ਸਿੱਖਾਂ ਦੇ ਮਨ ਦੀ ਅੱਜਕੱਲ ਸਮੇਂ ਦੀ ਕਾਢ ਨਹੀਂ ਹੈਗੀ। ਰੁਤਬਾ ਇਹਦੀਆਂ ਬੁਨਿਆਦਾਂ ਸਿੱਖ ਧਰਮ ਦੇ ਨਿਆਰੇ ਸਿਧਾਂਤਾਂ 'ਚ ਨੇ ਤੇ ਇਤਿਹਾਸ ਇਸ ਦੀ ਸ਼ਾਦੀ ਭਰਦਾ ਹੈ, ਇਤਿਹਾਸ ਗਵਾਹੀ ਦਿੰਦਾ ਇਹਦੀ। ਤੇ ਦੂਜੀ ਗੱਲ ਇਹ ਹੈ ਕਿ ਇਹ ਰੁਤਬਾ ਕਿਸੇ ਦੁਨਿਆਵੀ ਤਾਕਤ ਦੀ ਬਖਸ਼ਿਸ਼ ਨਹੀਂ ਹੈਗੀ, ਇਹ ਜਨਮ ਸਿੱਧ ਹੈ। ਇਸ ਕਰਕੇ ਕੋਈ ਦੁਨਿਆਵੀ ਤਾਕਤ ਇਸ ਰੁਤਬੇ ਨੂੰ ਸਿੱਖਾਂ ਕੋਲੋਂ ਖੋਹ ਨਹੀਂ ਸਕਦੀ। ਅਜਿਹਾ ਕਰਨ ਦਾ ਉਹਨੂੰ ਅਧਿਕਾਰ ਵੀ ਨਹੀਂ ਹੈਗਾ। ਜਿਹਨੇ ਦਿੱਤਾ ਨਹੀਂ ਉਹਨੂੰ ਖੋਹਣ ਦਾ ਕੀ ਹੱਕ, ਤੇ ਨਾ ਕੋਈ ਰਾਜ ਜਾਂ ਹਕੂਮਤ ਇਸ ਨੂੰ ਤਾਕਤ ਦੇ ਜ਼ੋਰ ਨਾਲ ਮਿਟਾ ਸਕਦੀ ਹੈ। ਅਜਿਹਾ ਕਰ ਸਕਣਾ ਉਹਦੇ ਵੱਸ ਦੀ ਗੱਲ ਨਹੀਂ। ਇਹ ਮਸਲਾ ਇਹੋ ਜਿਹਾ ਜਿਸ ਤੇ ਸਿੱਖ ਕੋਈ ਵੀ ਸਮਝੌਤਾ ਨਹੀਂ ਕਰ ਸਕਦੇ। ਜੇ ਉਹਨਾਂ 'ਚੋਂ ਕੋਈ ਅਜਿਹਾ ਕਰਨਾ ਚਾਹੇ ਤਾਂ ਉਹਨੂੰ ਸਿੱਖਾਂ ਦੀਆਂ ਨਜ਼ਰਾਂ 'ਚੋਂ ਡਿੱਗਦਿਆਂ ਦੇਰ ਨਹੀਂ ਲੱਗਦੀ। ਤੇ ਅੱਜ ਬਾਦਲ ਦਾ ਹਸ਼ਰ ਦੇਖ ਲਓ, ਗੁਰਬਚਨ ਸਿੰਘ ਦਾ ਹਸ਼ਰ ਦੇਖ ਲਓ, ਤੇ ਇਹ ਸਾਰੀ ਗੱਲ ਹੈ ਕਿਉਂਕਿ ਗੁਰੂ ਕਾਲ ਦੇ ਦੌਰਾਨ ਆਪੋ ਆਪਣੇ ਸਮੇਂ 'ਚ ਗੁਰੂ ਸਾਹਿਬਾਨ ਖੁਦ ਹੀ ਸਿੱਖ ਲਹਿਰ ਦਾ ਕੇਂਦਰ ਰਹੇ ਨੇ, ਧੁਰਾ ਰਹੇ ਨੇ। ਦਸਮ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਤੋਂ ਜਦੋਂ 1708 ਦੀ ਗੱਲ ਹੈ, ਉਹ ਤੋਂ ਬਾਅਦ ਰਾਜਸੀ ਫੌਜੀ ਖੇਤਰ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਪੰਥ ਦੀ ਰਾਹਨੁਮਾਈ ਕਰਦੇ ਰਹੇ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ 1716 ਈਸਵੀ 'ਚ ਹੁੰਦੀ ਹੈ ਤੇ ਉਹਦੇ ਨਾਲ ਹੀ ਉਹਨਾਂ ਵੱਲੋਂ ਜਿਹੜੀ ਉਸਾਰੀ ਸਿੱਖ ਰਾਜਸੀ ਸੱਤਾ ਉਹ ਆਪਣੀ ਛੋਟੀ ਉਮਰ 'ਚ ਹੀ ਹਕੂਮਤੀ ਜ਼ਬਰ ਤੇ ਵਹਿਸ਼ੀ ਜਿਹੜਾ ਝਖੜ ਸੀ ਉਹਦਾ ਸ਼ਿਕਾਰ ਹੋ ਕੇ ਰਹਿ ਗਈ ਸੀ। ਇਹ ਉਹ ਸਮਾਂ ਸੀ ਜਦੋਂ ਲੀਡਰ ਰਹਿਤ, ਬਿਨਾਂ ਲੀਡਰ ਤੋਂ ਤੇ ਸੱਤਾ ਤੋਂ ਮਹਿਰੂਮ ਹੋਏ ਖਾਲਸਾ ਪੰਥ ਨੇ ਆਪਣੀਆਂ ਸਰਗਰਮੀਆਂ, ਆਪਣੀ ਰੂਹਾਨੀ ਤੇ ਸਿਆਸੀ ਰਾਜਧਾਨੀ ਤੇ ਆਪਣੀ ਫੌਜੀ ਜਿਹੜੀ ਤਾਕਤ ਸੀ
ਉਹਦੀ ਓਟ ਦਾ ਕੇਂਦਰ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਤਬਦੀਲ ਕਰ ਲਿਆ ਸੀ। ਧਿਆਨ ਦੇਣ ਦੀ ਲੋੜ ਹੈ। ਤੇ ਆਪਣੀ ਦੋਹਰੀ ਬਾਦਸ਼ਾਹੀ ਦੇ ਫਲਸਫੇ ਦੇ ਅਧਿਕਾਰਾਂ ਤੇ ਜ਼ਿੰਮੇਵਾਰੀਆਂ ਨੂੰ ਸਾਂਝੇ ਰੂਪ 'ਚ ਨਿਭਾਉਣ ਦਾ ਜ਼ਿੰਮਾ ਲਿਆ ਸੀ ਉਦੋਂ ਖਾਲਸੇ ਨੇ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ। ਉਦੋਂ ਤੋਂ ਲੈ ਕੇ ਦਰਬਾਰ ਸਾਹਿਬ ਕੰਪਲੈਕਸ ਸਿੱਖ ਜਗਤ, ਸਿੱਖ ਇਤਿਹਾਸ, ਸਿੱਖ ਸਿਆਸਤ ਤੇ ਸਿੱਖ ਖੁਦਾਈ ਨੂਰ ਦਾ ਕੇਂਦਰ ਬਣਿਆ ਹੋਇਆ। ਉਦੋਂ ਤੋਂ ਲੈ ਕੇ ਪਿਛਲੇ 250 ਸਾਲਾਂ ਦੇ ਸਮੁੱਚੇ ਸਮੇਂ ਦੇ ਦੌਰਾਨ ਸਿੱਖ ਭਾਵੇਂ ਸਮੇਂ ਦੀ ਹਕੂਮਤ ਵੱਲੋਂ ਬਾਗੀ ਕਰਾਰ ਦਿੱਤੇ ਗਏ ਹੋਣ, ਭਾਵੇਂ ਹਰਿਮੰਦਰ ਸਾਹਿਬ ਤੇ ਇਹਦੇ ਕੰਪਲੈਕਸ ਨੂੰ ਮਲਬਾ ਬਣਾ ਦਿੱਤਾ ਗਿਆ ਹੋਵੇ, ਜਾਂ ਇਸ ਤੇ ਹਕੂਮਤ ਨੇ ਜਬਰੀ ਕਬਜ਼ਾ ਜਮਾ ਲਿਆ ਹੋਵੇ, ਜਾਂ ਰਾਜਸੀ ਪੱਖ ਤੋਂ ਸਿੱਖ ਆਜ਼ਾਦ ਰਹੇ ਹੋਣ ਜਾਂ ਗੁਲਾਮ, ਉਹਨਾਂ ਨੇ ਇਹ ਪੋਜੀਸ਼ਨ ਕਦੇ ਨਹੀਂ ਛੱਡੀ, ਜਾਂ ਇਸ ਗੱਲ ਤੇ ਉਹਨਾਂ ਨੇ ਕਦੇ ਸਮਝੌਤਾ ਹੀ ਨਹੀਂ ਕੀਤਾ। ਗੋਲਡਨ ਟੈਂਪਲ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਇਸ ਦਾ ਆਲਾ ਦੁਆਲਾ ਜਿਹੜਾ ਹੈਗਾ ਚੁਗਿਰਦਾ, ਉਹ ਸਿੱਖ ਸੰਗਤ ਦਾ, ਸਿੱਖ ਸੰਸਾਰ ਦਾ, ਸਿੱਖ ਕੌਮ ਦਾ ਉਹ ਧੁਰਾ ਹੈ। ਕਿਸੇ ਦੁਨਿਆਵੀ ਤਾਕਤ ਦੀ ਮਿਹਰਬਾਨੀ ਦੀ ਵਜ੍ਹਾ ਕਰਕੇ ਨਹੀਂ, ਸਗੋਂ ਸਿੱਖਾਂ ਦੇ ਜਨਮ ਸਿੱਧ ਤੇ ਆਜ਼ਾਦ ਹਸਤੀ ਦੇ ਅਧਿਕਾਰ ਕਰਕੇ। ਸੱਚੇ ਸਿੱਖ ਸਿਧਾਂਤ ਦੇ ਅੰਦਰ ਲੋਕ ਤੇ ਪਰਲੋਕ ਦੇ ਦਰਮਿਆਨ, ਸੰਸਾਰਕ ਤੇ ਧਾਰਮਿਕ ਵਿਚਕਾਰ ਤੇ ਰਾਜਨੀਤਿਕ ਤੇ ਆਤਮਿਕ ਵਿਚਕਾਰ ਕਦੇ ਕੋਈ ਦਵੰਡ ਨਹੀਂ ਹੋਈ। ਇਹ ਸਾਂਝਾ ਸਿੱਖਾਂ ਦੇ ਵਿੱਚ ਚੱਲਿਆ ਆ ਰਿਹਾ। ਲੋਕ ਪਰਲੋਕ ਦਾ ਚੱਕਰ 'ਚ ਪੈਂਦਾ ਨਹੀਂ ਸਿੱਖ ਕੋਈ ਵੀ, ਨਾ ਸੰਸਾਰਕ ਤੇ ਧਾਰਮਿਕ ਹੋਣ 'ਚ ਤੇ ਨਾ ਰਾਜਨੀਤਿਕ ਤੇ ਆਤਮਿਕ ਹੋਣ 'ਚ। ਇੱਥੇ ਇਸ ਤੱਥ ਦਾ ਜ਼ਿਕਰ ਕਰਨਾ ਜੇ ਆਪਾਂ ਕਰੀਏ ਗਲਤ ਗੱਲ ਨਹੀਂ ਹੋਊਗੀ। ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਕਾਲ ਦੇ ਦੌਰਾਨ ਹੀ, ਖਾਸ ਕਰਕੇ ਉਹਨਾਂ ਦੇ ਜੀਵਨ ਦੇ ਆਖਰੀ 2-2.5 ਸਾਲਾਂ ਦੇ ਦੌਰਾਨ, ਜਦੋਂ ਖਾਲਸਾ ਪੰਥ ਦੇ ਤਕੜੇ ਹਿੱਸਿਆਂ ਦੇ ਮਨਾਂ ਦੇ ਅੰਦਰ ਗੁਰਮਤਿ ਸਿਧਾਂਤ ਅਤੇ ਬੰਦਾ ਸਿੰਘ ਬਹਾਦਰ ਵੱਲੋਂ ਅਪਣਾਈ ਗਈ ਜੀਵਨ ਮਰਿਆਦਾ ਦੇ ਕੁਝ ਪੱਖਾਂ ਨੂੰ ਲੈ ਕੇ ਉਹਨਾਂ ਦੇ ਪ੍ਰਤੀ ਸ਼ੰਕੇ, ਇਤਰਾਜ਼ ਤੇ ਵਿਰੋਧ ਉਪਜਣੇ ਸ਼ੁਰੂ ਹੋ ਗਏ ਸਨ, ਤਾਂ ਖਾਲਸੇ ਦੇ ਇਸ ਵਰਗ ਨੇ ਆਤਮਿਕ ਬਲ ਤੇ ਧਾਰਮਿਕ ਰਾਜਨੀਤਿਕ ਸੇਧ ਲੈਣ ਲਈ ਸ਼੍ਰੀ ਹਰਿਮੰਦਰ ਸਾਹਿਬ ਸਮੂਹ ਦੀ ਓਟ ਲੈਣੀ ਸ਼ੁਰੂ ਕਰ ਦਿੱਤੀ ਸੀ ਤੇ ਆਪਣੇ ਕੌਮੀ ਮਸਲਿਆਂ, ਸੰਸਿਆਂ, ਸਰੋਕਾਰਾਂ, ਆਪਣੇ ਕਾਰਜਾਂ ਤੇ ਆਪਣੀਆਂ ਯੋਜਨਾਵਾਂ ਬਾਰੇ ਵਿਚਾਰ ਚਰਚਿਆਂ ਤੇ ਮਸ਼ਵਰਿਆਂ ਲਈ ਆਪਣੀ ਇਸ ਧਾਰਮਿਕ ਤੇ ਸਿਆਸੀ ਰਾਜਧਾਨੀ ਦਾ ਜਿਹੜਾ ਹੈ ਸੀ ਓਟ ਆਸਰਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ, ਉੱਥੇ ਹੀ ਗੁਰਮਤਿ ਪੱਕਦੇ ਸਨ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ ਥੋੜੇ ਚਿਰਾਂ ਬਾਅਦ ਦਿੱਲੀ ਦੇ ਮੁਗਲ ਦਰਬਾਰ ਦੀ ਸ਼ਹਿ ਤੇ ਲਾਹੌਰ ਦੇ ਜ਼ਾਲਮ ਗਵਰਨਰ ਅਬਦੁਸ ਸਮਦ ਖਾਨ ਨੇ ਖਾਲਸਾ ਪੰਥ ਦੇ ਵਿਰੁੱਧ ਜ਼ਬਰ ਦੀ ਇੱਕ ਇਹੋ ਜਿਹੀ ਮੁਹਿੰਮ ਸ਼ੁਰੂ ਕੀਤੀ ਸੀ, ਜਿਹਦੇ ਕਰਕੇ ਜੁਝਾਰ ਖਾਲਸੇ ਨੇ ਘਰ-ਬਾਰ ਛੱਡ ਕੇ ਜੰਗਲਾਂ, ਬੇਲਿਆਂ ਤੇ ਮਾਰੂਥਲਾਂ 'ਚ ਜਾ ਕੇ ਸ਼ਰਨ ਲੈਣੀ, ਉਹਨੂੰ ਮਜਬੂਰ ਹੋਣਾ ਪਿਆ ਖਾਲਸੇ ਨੂੰ। ਉਸ ਵੇਲੇ ਸਿੰਘਾਂ ਦੇ ਨਿਹੱਥੇ ਤੇ ਨਿਰਦੋਸ਼ ਪਰਿਵਾਰਾਂ ਨੂੰ ਮੁਗਲ ਫੌਜ ਦਸਤਿਆਂ ਤੇ ਮਾਝਾ ਖੇਤਰ ਦੇ ਬਦਨਾਮ ਸਰਕਾਰੀ ਮੁਖਬਰਾਂ ਦੇ ਪਿੱਠੂਆਂ ਦੇ ਬਹੁਤ ਹੀ ਘਿਨਾਉਣੇ ਜ਼ੁਲਮਾਂ ਦਾ ਸਾਹਮਣਾ ਕਰਨਾ ਪਿਆ ਸੀ। ਸੋ ਸਥਿਤੀ ਨੂੰ ਤੁਸੀਂ ਮੇਚ ਕੇ ਦੇਖ ਲਓ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਜਿਹੜੀ ਸਮੇਂ ਦੇ ਹਾਲਾਤ ਸਨ ਜਾਂ ਉਸ ਵੇਲੇ ਦੇ ਹਾਲਾਤ ਸਨ, ਬਿਲਕੁਲ ਗੱਲ ਇੱਥੇ ਵੱਖਰੀ ਨਹੀਂ ਹੈਗੀ ਕੋਈ ਵੀ। ਤੁਸੀਂ ਮੇਰੇ ਇਹ ਜਿਹੜੇ ਦਰਬਾਰ ਸਾਹਿਬ ਦੇ ਇਤਿਹਾਸ ਦੀ ਨਾਲ ਗੱਲ ਜੋੜ ਕੇ ਮੈਂ ਦੇਖ ਰਿਹਾ, ਇੱਥੋਂ ਬਿਆਨ ਕਰ ਰਿਹਾ, ਇਹ ਬਿਲਕੁਲ ਢੁਕਦੀ ਹੈ। ਇੱਥੇ ਗੱਲ ਕਰਨੀ ਬਣਦੀ ਹੈ। ਜੇ ਅਸੀਂ ਪਿੱਛੋਂ ਇਤਿਹਾਸ ਨੂੰ ਨਾਲ ਜੋੜ ਕੇ ਨਾ ਦੇਖੀਏ ਤਾਂ ਬੇਇਨਸਾਫੀ ਹੋਊਗੀ ਸੰਤਾਂ ਦੇ ਕਿਰਦਾਰ ਨਾਲ, ਸੰਤਾਂ ਦੀ ਸ਼ਖਸੀਅਤ ਨਾਲ। ਤੇ ਜ਼ੁਲਮ ਬਹੁਤ ਸਨ ਕੀਤੇ ਗਏ, ਪਰ ਜੁਝਾਰ ਖਾਲਸੇ ਕੋਲ ਜਿਵੇਂ ਹੀ ਬੇਦੋਸ਼ੇ ਸਿੱਖ ਪਰਿਵਾਰਾਂ ਉੱਤੇ ਜ਼ੁਲਮਾਂ ਦੀਆਂ ਦਿਲ ਚੀਰਵੀਆਂ ਖਬਰਾਂ ਪਹੁੰਚੀਆਂ ਜੰਗਲਾਂ ਦੇ ਵਿੱਚ, ਮਾਰੂਥਲਾਂ ਦੇ ਵਿੱਚ, ਤਾਂ ਉਹਨਾਂ ਦੇ ਅੰਦਰ ਜ਼ੁਲਮ ਦਾ ਟਾਕਰਾ ਕਰਨ ਲਈ ਜੋਸ਼ ਤੇ ਰੋਸ ਜਾਗਿਆ। ਘਰਾਂ ਤੋਂ ਟਲੇ ਸਿੰਘ ਜੰਗਲਾਂ ਬੇਲਿਆਂ ਨੂੰ ਛੱਡ ਕੇ ਹਜ਼ਾਰਾਂ ਦੀ ਗਿਣਤੀ 'ਚ ਮਾਝੇ ਅੰਦਰ ਦੁਬਾਰਾ ਇਕੱਠੇ ਹੋਏ ਤੇ ਇਸ ਹਕੂਮਤੀ ਹਨੇਰਗਰਦੀ ਦੇ ਵਿਰੁੱਧ ਇੱਕ ਬਕਾਇਦਾ ਜਥੇਬੰਦ, ਹਥਿਆਰਬੰਦ ਟੱਕਰ ਸ਼ੁਰੂ ਕਰ ਦਿੱਤੀ, ਜੋ ਕਈ ਉਤਰਾਵਾਂ ਚੜਾਵਾਂ 'ਚੋਂ ਲੰਘਦੀ ਹੋਈ ਲਗਾਤਾਰ ਉਦੋਂ ਤੱਕ ਚੱਲਦੀ ਰਹੀ ਜਦੋਂ ਤੱਕ ਪੰਜਾਬ ਦੀ ਧਰਤੀ ਉੱਤੇ ਆਜ਼ਾਦ ਖਾਲਸਾ ਰਾਜ ਦੇ ਕੇਸਰੀ ਨਿਸ਼ਾਨ ਸਾਹਿਬ ਨਹੀਂ ਝੁੱਲਣ ਲੱਗ ਪਏ। ਖਾਲਸਾ ਪੰਥ ਦੀ ਇਸ ਸੂਰਮਗਤੀ ਭਰੀ ਜਿਹੜੀ ਟਾਕਰਾ ਜੰਗ ਦਾ ਅਹਿਮ ਜਿਹੜਾ ਪਹਿਲੂ ਇਹ ਸੀ ਕਿ ਇਹਨਾਂ ਵਿਪਤਾ ਭਰੇ ਤੇ ਲਹੂ ਨੁਚੜਦੇ ਸਮੇਂ ਦੇ ਅੰਦਰ ਖਾਲਸਾ ਜੀ ਦੇ ਮਨ ਦੀ ਤਾਰ ਲਗਾਤਾਰ ਸ਼੍ਰੀ ਹਰਿਮੰਦਰ ਸਾਹਿਬ ਦੇ ਨਾਲ ਜੁੜੀ ਰਹੀ। ਕੋਈ ਰੂਹਾਨੀ ਤਾਕਤ, ਕੋਈ ਗੈਬੀ ਸ਼ਕਤੀ ਖਾਲਸੇ ਨੂੰ ਵਾਰ-ਵਾਰ ਹਰਿਮੰਦਰ ਸਾਹਿਬ ਵੱਲ ਖਿੱਚਦੀ ਰਹੀ ਤੇ ਬੇਰਹਿਮ ਹਕੂਮਤੀ ਬੰਦਿਸ਼ਾਂ ਦੇ ਬਾਵਜੂਦ ਪਾਵਨ ਸਰੋਵਰ ਦੇ ਅੰਦਰ ਟੂਬੀ ਲਾਉਣ ਦਾ ਜਿਹੜਾ ਚਾਅ, ਵਲਵਲਾ, ਉਹ ਖਾਲਸੇ ਨੂੰ ਮੌਤ ਨਾਲ ਲੁਕਣ ਮਿੱਟੀ ਖੇਡਣ ਲਈ ਪ੍ਰੇਰਦਾ ਰਿਹਾ। ਤੇ ਜਦੋਂ ਸਿੱਖ ਧਰਮ ਦਾ ਖੁਰਾ ਖੋਜ ਮਿਟਾਉਣ ਤੇ ਤੁਲੇ ਮੁਗਲ ਹਾਕਮਾਂ ਨੇ ਖਾਲਸੇ ਦਾ ਪੰਜਾਬ ਦੀ ਧਰਤੀ ਤੇ ਜੂਣਾ ਦੁੱਭਰ ਕਰ ਦਿੱਤਾ ਹੋਇਆ ਸੀ,
ਜੰਗਲਾਂ ਬੇਲਿਆਂ ਅੰਦਰ ਵੀ ਉਹਨਾਂ ਦਾ ਲਗਾਤਾਰ ਸ਼ਿਕਾਰ ਤੇ ਪਿੱਛਾ ਕੀਤਾ ਜਾਂਦਾ ਰਿਹਾ ਸੀ ਤਾਂ ਉਹਨਾਂ ਦੇ ਪਰਿਵਾਰ ਤੇ ਘਰ-ਬਾਰ ਉਜਾੜ ਦਿੱਤੇ ਗਏ ਸਨ ਤੇ ਸਿੱਧਗਵਾਨ ਸਿੰਘਣੀਆਂ ਉਹਨਾਂ ਦੇ ਦਿਲਾਂ ਨੂੰ ਦਹਿਲਾ ਦੇਣ ਵਾਲੇ ਅਤਿਆਚਾਰ ਢਾਏ ਜਾ ਰਹੇ ਸਨ ਤੇ ਉਹਨਾਂ ਦੇ ਦੁੱਧ ਚੁੰਘਦੇ ਮਾਸੂਮ ਬਾਲਾਂ ਨੂੰ ਬੱਚਿਆਂ ਨੂੰ ਬਰਛਿਆਂ ਦੀਆਂ ਨੋਕਾਂ ਤੇ ਟੰਗਿਆ ਜਾ ਰਿਹਾ ਸੀ। ਜਿਸ ਤਰੀਕੇ ਨਾਲ ਹਿੰਦੁਸਤਾਨ ਦੇ ਭਾਰਤ ਦੇ ਇੰਡੀਆ ਦੇ ਫੌਜੀਆਂ ਨੇ ਦਰਬਾਰ ਸਾਹਿਬ ਦੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਦੁੱਧ ਚੁੰਘਦੇ ਬੱਚਿਆਂ ਨੂੰ ਲੱਤਾਂ ਤੋਂ ਫੜ-ਫੜ ਕੇ ਕੰਧਾਂ ਨਾਲ ਪਟਕਾ ਕੇ ਮਾਰਿਆ ਸੀ ਤਾਂ ਉਸ ਵੇਲੇ ਵੀ ਇਤਿਹਾਸ ਗਵਾਹ ਉਦੋਂ ਵੀ ਸਿੰਘਾਂ ਨੇ ਤੇ ਸਿੰਘਣੀਆਂ ਨੇ ਖੂਨ ਨਾਲ ਲਾਲ ਹੋਏ ਪਵਿੱਤਰ ਸਰੋਵਰ ਦੇ ਵਿੱਚੋਂ ਚੂੜੀਆਂ ਲੈ ਲੈ ਕੇ ਆਪਣੀ ਪਿਆਸ ਬੁਝਾਈ। ਤੇ ਪਹਿਲੇ ਸਮਿਆਂ ਦੇ ਵਿੱਚ ਜਦੋਂ ਜ਼ੁਲਮ ਹੁੰਦੇ ਸਨ ਤਾਂ ਆਪਣੇ ਛੁਪਣ ਦੇ ਠਿਕਾਣਿਆਂ ਚੋਂ ਨਿਕਲ ਕੇ ਰਾਤ ਬਰਾਤੇ ਘੋੜਿਆਂ ਤੇ ਸਵਾਰ ਹੋ ਕੇ ਅਸਮਾਨੀ ਬਿਜਲੀ ਦੀ ਲਿਸ਼ਕੋਰ ਵਰਗੀ ਤੇਜ਼ੀ ਨਾਲ ਹਰਿਮੰਦਰ ਸਾਹਿਬ ਦੇ ਸਾਹਮਣੇ ਆ ਕੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਸਿੰਘ ਆਪਣੇ ਆਪ ਹੀ ਹਨੇਰੇ 'ਚ ਅਲੋਪ ਹੋ ਜਾਇਆ ਕਰਦੇ ਸਨ। ਸਿਰਫ ਦਰਸ਼ਨ ਇਸ਼ਨਾਨ ਅਸੀਂ ਅਰਦਾਸ 'ਚ ਰੋਜ਼ ਮੰਗਦੇ ਹਾਂ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ਣਾ। ਤਾਂ ਇਹ ਸਿੱਖ ਧਰਮ ਦੇ ਇਤਿਹਾਸ 'ਚ ਡੂੰਘੀ ਦਿਲਚਸਪੀ ਰੱਖਣ ਵਾਲੇ ਜਿਹੜੇ ਖੋਜੀ ਵਿਦਵਾਨ ਹੋਏ ਨੇ ਉਹਨਾਂ ਦੀ ਗੱਲ ਹੈ। ਤਾਂ ਇੱਕ ਮੁਸਲਮਾਨ ਲਿਖਾਰੀ ਨੇ ਦੱਸਿਆ ਕਿ ਤੇਜ਼ ਰਫ਼ਤਾਰ ਸਿੱਖ ਘੋੜਸਵਾਰ ਸ਼ੂਟ ਵੱਟ ਕੇ ਆਪਣੀ ਸ਼ਰਧਾ ਦੇ ਕੇਂਦਰ ਵੱਲ ਆਉਂਦੇ ਆਮ ਵੇਖੇ ਜਾਂਦੇ ਸਨ। ਇਸ ਕੋਸ਼ਿਸ਼ 'ਚ ਉਹ ਅਕਸਰ ਜਾਨ ਤੋਂ ਵੀ ਹੱਥ ਧੋ ਬਹਿੰਦੇ ਸਨ। ਇਹ ਮੁਸਲਮਾਨ ਲੇਖਕ ਨੇ ਇੱਕ ਲਿਖਿਆ ਖੁਦ, ਉਸ ਦਾ ਨਾਮ ਹੈ ਜੀ ਖਾਫੀ ਖਾਨ। ਮੁਸਲਮਾਨ ਇਤਿਹਾਸਕਾਰ ਖਾਫੀ ਖਾਨ ਹੈ, ਉਹ ਲਿਖਦਾ ਇਹ ਗੱਲ। ਉਹ ਕਹਿੰਦਾ ਕਈ ਵਾਰ ਪਕੜੇ ਵੀ ਜਾਂਦੇ ਸਨ ਪਰ ਅਜਿਹੇ ਮੌਕੇ ਉਹ ਮਰਨ ਤੋਂ ਟਲਣ ਦੀ ਥਾਵੇਂ ਸ਼ਹਾਦਤ ਦਾ ਤਾਜ ਪਹਿਨਣ ਨੂੰ ਤਰਜੀਹ ਦਿੰਦੇ ਸਨ। ਤੇ ਇਸੇ ਲੇਖਕ ਦੇ ਮੁਤਾਬਕ ਅੰਮ੍ਰਿਤਸਰ ਵੱਲ ਜਾਂਦਾ ਜੋ ਵੀ ਸਿੱਖ ਪਕੜਿਆ ਗਿਆ ਉਸ ਵੱਲੋਂ ਆਪਣਾ ਧਰਮ ਛੱਡ ਜਾਣ ਦੀ ਇੱਕ ਵੀ ਉਦਾਹਰਣ ਨਹੀਂ ਮਿਲਦੀ ਹੈਗੀ। ਇਹ ਸਾਡੇ ਸਾਹਮਣੇ ਹੈ। ਤੇ ਸੰਤ ਭਿੰਡਰਾਂ ਵਾਲਿਆਂ ਦੇ ਸਾਹਮਣੇ ਵੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਉਹੀ ਸੰਕਲਪ ਸੀ ਜਿਹੜਾ ਪੁਰਾਤਨ ਸਿੰਘਾਂ ਦੇ ਲਈ ਸਾਡੇ ਪ੍ਰਾਚੀਨ ਸਿੰਘਾਂ ਦੇ ਲਈ। ਤੇ ਇਸ ਤਰੀਕੇ ਨਾਲ ਉਹ ਜਦੋਂ ਮੋਰਚੇ ਤੇ ਲੜ ਰਹੇ ਸਨ, ਜਨਰਲ ਸ਼ੁਬੇਗ ਸਿੰਘ ਨਾਲ ਸੀ ਉਹਨਾਂ ਦੇ। ਬਾਕੀ ਜਿਹੜੇ ਅਸਲ ਸਿੰਘ ਸਨ ਜਿਨ੍ਹਾਂ ਕੋਲ ਹਥਿਆਰ ਸਨ ਉਹਨਾਂ ਦੀ ਗਿਣਤੀ 120-125 ਤੋਂ ਵੱਧ ਨਹੀਂ ਸੀ ਹੈਗੀ। 4 ਜੂਨ ਦੀ ਲੜਾਈ ਜਿਹੜੀ ਸੀਗੀ, 4 ਜੂਨ 1984 ਦੀ ਘਮਸਾਨ ਦੀ ਲੜਾਈ 'ਚ ਫੌਜ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਤੇ ਉਦੋਂ ਸਿੰਘਾਂ ਦਾ ਬਹੁਤ ਹੀ ਘੱਟ ਨੁਕਸਾਨ ਹੋਇਆ 4 ਜੂਨ ਨੂੰ। ਉਸ ਦਾ ਕਾਰਨ ਸੀ ਕਿ ਬੜੇ ਹੀ ਸੁਰੱਖਿਅਤ ਮੋਰਚਿਆਂ 'ਚ ਸਿੰਘ ਡਟੇ ਹੋਏ ਸਨ ਤੇ ਵਿੱਚ ਫੌਜ ਨੂੰ ਸੋਚਣ ਦੇ ਲਈ ਮਜਬੂਰ ਹੋਣਾ ਪਿਆ। ਵਿੱਚ ਘੰਟੇ ਭਰ ਲਈ ਉਹ ਸੋਚਦੇ ਵੀ ਸਨ ਜੰਗ ਬੰਦ ਹੁੰਦੀ ਸੀ ਤੇ 1 ਘੰਟੇ ਲਈ ਵਿੱਚੋਂ ਜੰਗ ਬੰਦ ਰਹੀ। 4 ਜੂਨ ਨੂੰ 2 ਹੈਲੀਕਾਪਟਰ ਕੰਪਲੈਕਸ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਚੱਕਰ ਲਾਉਣ ਲੱਗ ਪਏ ਤੇ ਸਿੰਘਾਂ ਦੇ ਮੋਰਚਿਆਂ ਦਾ ਜਾਇਜ਼ਾ ਲੈਣ ਲੱਗ ਪਏ। 1 ਘੰਟਾ ਹੈਲੀਕਾਪਟਰ ਸਿੰਘਾਂ ਦੇ ਮੋਰਚਿਆਂ ਦਾ ਜਾਇਜ਼ਾ ਲੈਂਦਾ ਰਿਹਾ ਤੇ ਹੈਲੀਕਾਪਟਰ ਦੀਆਂ ਹਦਾਇਤਾਂ ਦੇ ਮੁਤਾਬਕ ਫੌਜ ਵੀ ਨਵੇਂ ਹਮਲੇ ਦੀ ਤਿਆਰੀ ਤੇ ਮੋਰਚਾ ਜਿਹੜਾ ਸੀ ਉਹ ਨਵੇਂ ਸਿਰੋਂ ਤਿਆਰ ਕਰਨ ਲੱਗ ਪਈ। ਤੇ ਅੰਦਰ ਜਨਰਲ ਸ਼ੁਬੇਗ ਸਿੰਘ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਨੇ ਵੀ ਆਪਣੇ ਮੋਰਚੇ ਹੋਰ ਮਜ਼ਬੂਤ ਕਰ ਲਏ। ਗੋਲੀ ਸਿੱਕਾ ਵੀ ਸਾਰੇ ਮੋਰਚਿਆਂ ਤੱਕ ਪਹੁੰਚਦਾ ਕਰ ਦਿੱਤਾ ਗਿਆ ਦੁਬਾਰਾ। ਤੇ ਇਸ ਲੜਾਈ ਤੋਂ ਸਿੰਘਾਂ ਨੇ ਇਹ ਸਬਕ ਸਿੱਖਿਆ ਕਿ ਜਿੱਥੇ ਹੋਰ ਮੋਰਚਿਆਂ ਦੀ ਜ਼ਰੂਰਤ ਸਮਝੀ ਉੱਥੇ ਅੱਧੇ ਘੰਟੇ ਦੇ ਵਿੱਚ ਮੋਰਚੇ ਸਥਾਪਿਤ ਕਰ ਲਏ। ਜਨਰਲ ਸ਼ੁਬੇਗ ਸਿੰਘ ਨੇ ਇੱਕ ਵਾਰ ਆਪ ਸਾਰੇ ਮੋਰਚਿਆਂ 'ਚ ਜਾ ਕੇ ਜਾਇਜ਼ਾ ਲਿਆ, ਆਪ ਖੁਦ ਜਾ ਕੇ ਮੋਰਚਿਆਂ ਦਾ ਜਾਇਜ਼ਾ ਲਿਆ। ਜਨਰਲ ਸ਼ੁਬੇਗ ਸਿੰਘ ਨੇ 4 ਜੂਨ ਦੀ ਗੱਲ ਹੈ ਤੇ ਜਨਰਲ ਸ਼ੁਬੇਗ ਸਿੰਘ ਜੀ ਕੋਲ ਇੱਕ ਵਾਕੀ ਟਾਕੀ ਸੀ ਤੇ ਵਿੱਚੋਂ ਸਿੰਘ ਹੀ ਦੱਸਦੇ ਨੇ ਕੋਈ ਕਿ ਇਹ ਵਾਕੀ ਟਾਕੀ ਕਿਸੇ ਫੌਜੀ ਦਾ ਉਹਨਾਂ ਦੇ ਹੱਥ ਲੱਗਿਆ ਸੀ ਜਿਹੜਾ ਮੋਰਚਾ ਛੱਡ ਕੇ ਭੱਜ ਗਿਆ ਸੀ। ਤੇ ਇਹਦੇ ਰਾਹੀਂ ਉਹ KS ਬਰਾੜ ਸੁੰਦਰ ਜੀ ਦੀ ਸਾਰੀ ਗੱਲਬਾਤ ਤੇ ਫੌਜ ਨੂੰ ਜਿਹੜੀਆਂ ਉਹ ਹਦਾਇਤਾਂ ਦੇ ਰਹੇ ਸਨ ਉਹਨਾਂ ਦਾ ਜਨਰਲ ਸ਼ੁਬੇਗ ਸਿੰਘ ਨੂੰ ਪਤਾ ਲੱਗਦਾ ਰਿਹਾ। ਤੇ ਜਨਰਲ ਸ਼ੁਬੇਗ ਸਿੰਘ ਨੇ ਸਾਰਿਆਂ ਸਿੰਘਾਂ ਨੂੰ ਇਹ ਹਦਾਇਤਾਂ ਦਿੱਤੀਆਂ ਸਨ ਕਿ ਹੁਣ ਫੌਜ ਦੇ ਇਸ ਹੱਲੇ ਨੂੰ ਕਿਸ ਤਰ੍ਹਾਂ ਨਾਕਾਮ ਕਰਨਾ ਤੇ ਨਾਲ ਹੀ ਇਹ ਵੀ ਦੱਸ ਦਿੱਤਾ ਕਿ ਹੋਰ 20-25 ਮਿੰਟਾਂ 'ਚ ਫੌਜ ਵੱਲੋਂ ਫੇਰ ਦੁਬਾਰਾ ਹੱਲਾ ਹੋਣ ਵਾਲਾ ਹੈ। ਜਨਰਲ ਸ਼ੁਬੇਗ ਸਿੰਘ ਨੇ ਕਿਹਾ ਕਿ ਚਮਕੌਰ ਦੀ ਕੱਚੀ ਗੜੀ ਯਾਦ ਕਰੋ, ਦੁਸ਼ਮਣ 10 ਲੱਖ ਤੇ ਸਿੰਘ ਕੇਵਲ 40 ਤੇ ਅੱਜ ਚਮਕੌਰ ਦੀ ਕੱਚੀ ਗੜੀ ਵਾਲਾ ਸਾਕਾ ਦੁਹਰਾ ਦਿਓ। ਬਹਾਦਰੋ, ਫੌਜ ਨੂੰ ਜਿਉਂਦੇ ਜੀ ਅੰਦਰ ਦਾਖਲ ਨਹੀਂ ਹੋਣ ਦੇਣਾ। ਅੱਜ ਤੁਹਾਡੀਆਂ ਸ਼ਹੀਦੀਆਂ ਸਿੱਧੀਆਂ ਸੱਚਖੰਡ ਜਾਂ ਪ੍ਰਵਾਨ ਹੋਣਗੀਆਂ। ਅੱਜ ਸੰਸਾਰ ਨੂੰ, ਅੱਜ ਦੁਨੀਆ ਨੂੰ ਇਹ ਦੱਸ ਦੇਣਾ ਕਿ ਮੁੱਠੀ ਭਰ ਸਿੰਘਾਂ ਨੇ ਸੰਸਾਰ ਦੀ ਜਿਹੜੀ ਚੌਥੀ ਵੱਡੀ ਤਾਕਤ ਨੂੰ ਆਪਣੇ ਧਾਰਮਿਕ ਅਕੀਦਿਆਂ ਦੀ ਰਾਖੀ ਕਰਦਿਆਂ ਕਿਵੇਂ ਉਹਨਾਂ ਨੇ ਤੁੱਛ ਜਾਣਿਆ।
ਅੱਜ ਨਵਾਂ ਇਤਿਹਾਸ ਲਿਖਣ ਦਾ ਵੇਲਾ ਹੈ ਸਿੰਘੋ। ਕਲਗੀਧਰ ਪਿਤਾ ਜੀ ਸੱਚਖੰਡ 'ਚ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਤਾਂ ਜਿਹੜੇ ਮੋਰਚੇ 'ਚ ਗਏ ਜਨਰਲ ਸ਼ਬੇਗ ਸਿੰਘ, ਤਾਂ ਉਹਨਾਂ ਨੇ ਸਿੰਘਾਂ ਨੂੰ ਇਹੋ ਹੀ ਗੱਲ ਕਹੀ। ਸਿੰਘਾਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਗਏ। 4 ਦਿਨ ਹੋ ਗਏ ਸਨ, 4 ਜੂਨ ਨੂੰ 4 ਦਿਨ ਹੋ ਗਏ ਸਨ, ਪਰ ਫੌਜ ਨੂੰ ਕੋਈ ਸਫਲਤਾ ਨਹੀਂ ਸੀ ਮਿਲ ਰਹੀ। ਹੈਲੀਕਾਪਟਰਾਂ ਦੇ ਇੱਕਦਮ ਪਿੱਛੇ ਹਟਣ ਦੀ ਦੇਰ ਸੀ ਕਿ ਫੌਜ ਵੱਲੋਂ ਫੇਰ 4 ਚੁਫੇਰਿਓਂ ਜ਼ਬਰਦਸਤ ਫਾਇਰਿੰਗ, ਬੰਬਾਂ ਗ੍ਰਨੇਡਾਂ ਦੀ ਵਰਖਾ ਕੰਪਲੈਕਸ ਦੇ ਉੱਪਰ ਹੋਣੀ ਸ਼ੁਰੂ ਹੋ ਗਈ ਤੇ ਫੌਜ 4 ਦਰਵਾਜ਼ਿਆਂ ਰਾਹੀਂ ਹਜ਼ਾਰਾਂ ਦੀ ਗਿਣਤੀ 'ਚ ਅੰਦਰ ਦਾਖਲ ਹੋਣ ਲੱਗੀ। ਤਾਂ ਅੰਦਰੋਂ ਵੀ ਫਿਰ ਸੰਤਾਂ ਦੇ ਜਿਹੜੇ ਸਿੰਘ ਸਨ, ਸੰਤਾਂ ਦੀ ਜਿਹੜੀ ਫੌਜ ਸੀ, ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿੰਨੀ ਵੀ ਫੌਜ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦੀ, ਸਿੱਧੀ ਸਿੰਘਾਂ ਦੀ ਮਾਰ ਹੇਠ ਆ ਜਾਂਦੀ। ਹੁਣ ਹਜ਼ਾਰਾਂ ਦੀ ਗਿਣਤੀ 'ਚ ਫੌਜਾਂ ਹੱਥ ਧੋ ਬੈਠੀਆਂ ਸਨ, ਪਰ ਜਾਨੀ ਨੁਕਸਾਨ ਹੁੰਦਾ ਦੇਖ ਕੇ ਫੌਜ ਪਿੱਛੇ ਹਟਣ ਲੱਗੀ। ਸ਼ਾਮ ਪੈ ਚੁੱਕੀ ਸੀ। ਫੌਜੀ ਗੱਡੀਆਂ ਜ਼ਖਮੀ ਹੋਏ ਫੌਜੀਆਂ ਨੂੰ ਤੇ ਮਰੇ ਹੋਏ ਫੌਜੀਆਂ ਨੂੰ ਚੁੱਕ ਕੇ ਵਾਪਸ ਲੈ ਜਾਣ ਲੱਗੀਆਂ। ਮਰੇ ਹੋਏ ਫੌਜੀਆਂ ਤੇ ਜ਼ਖਮੀ ਫੌਜੀਆਂ ਦੀਆਂ ਲਾਸ਼ਾਂ ਚੁੱਕਣਾ ਵੀ ਬਹੁਤ ਵੱਡੀ ਉਹਨਾਂ ਦੇ ਲਈ ਮੁਸੀਬਤ ਸੀ, ਕਿਉਂਕਿ ਉੱਪਰੋਂ ਸਿੰਘਾਂ ਦੀਆਂ ਗੋਲੀਆਂ ਦਾ ਮੀਂਹ ਵਰ ਰਿਹਾ ਸੀ ਤੇ ਇਸ ਹੱਲੇ 'ਚ ਫੌਜ ਨੂੰ ਹਾਰ ਦੇਖਣੀ ਪਈ। ਪਹਿਲੇ ਹੱਲੇ 'ਚ ਫੌਜ ਹਾਰ ਗਈ 4 ਜੂਨ ਨੂੰ, ਤੇ 4 ਜੂਨ ਦੀ ਚੜ੍ਹਦੀ ਰਾਤ ਨੂੰ ਗੋਲੀ ਘਟ ਗਈ ਤੇ ਫੌਜ ਪਿੱਛੇ ਹਟ ਗਈ। 4 ਜੂਨ ਦੀ ਰਾਤ ਨੂੰ ਦੋਹਾਂ ਪਾਸਿਆਂ ਤੋਂ ਗੋਲੀਬਾਰੀ ਘਟ ਗਈ ਸੀ ਤੇ ਗੋਲੀਬਾਰੀ ਘਟ ਹੋਈ ਦੇਖ ਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਇੱਕ ਜਲਦੀ ਕਾਹਲੀ 'ਚ ਇੱਕ ਮੀਟਿੰਗ ਬੁਲਾਈ ਗਈ, ਜਿਹਦੇ 'ਚ ਜਨਰਲ ਸ਼ਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ, ਭਾਈ ਰਛਪਾਲ ਸਿੰਘ ਤੇ ਹੋਰ ਕੁਝ ਸਿੰਘ ਸ਼ਾਮਲ ਸਨ ਉਹਦੇ ਵਿੱਚ। ਤੇ ਸੰਤਾਂ ਨੇ ਕਿਹਾ ਕਿ ਸਰਕਾਰ ਹੁਣ ਘਟੀਆ ਤਰੀਕਿਆਂ ਤੇ ਉਤਰ ਆਈ ਹੈ ਤੇ ਇਹਦੇ ਲਈ ਸਰਕਾਰ ਨੇ ਹੁਣ ਹਰ ਹਿੱਲੇ ਵੱਡੀ ਪੱਧਰ ਤੇ ਹਮਲਾ ਕਰਨਾ ਤੇ ਸਾਨੂੰ ਜਿਹੜੀਆਂ ਸੰਗਤਾਂ ਦਰਬਾਰ ਸਾਹਿਬ ਦੇ ਵਿੱਚ, ਸਰਾਵਾਂ ਦੇ ਵਿੱਚ ਜਾਂ ਜਿੱਥੇ ਕਿਤੇ ਵੀ ਰੁਕੀਆਂ ਹੋਈਆਂ ਨੇ, ਉਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ, ਕਿਉਂਕਿ ਕਹਿੰਦੇ ਸਰਕਾਰ ਚਾਹੁੰਦੀ ਹੈ ਕਿ ਸੰਗਤ ਨੂੰ ਅੰਦਰੇ ਸ਼ਹੀਦ ਕੀਤਾ ਜਾਵੇ ਤੇ ਬਾਅਦ ਦੇ ਵਿੱਚ ਅਖਬਾਰਾਂ ਦੇ ਜ਼ਰੀਏ ਤੇ ਮੀਡੀਆ ਦੇ ਜ਼ਰੀਏ ਇਹ ਗੱਲ ਨੂੰ ਵੱਡੀ ਕਰਕੇ ਪ੍ਰਚਾਰਿਆ ਜਾਵੇ ਕਿ ਇੰਨੇ ਅੰਦਰ ਵੱਖਵਾਦੀ ਸਨ, ਇੰਨੇ ਅੱਤਵਾਦੀ ਸਨ, ਇੰਨੀ ਵੱਡੀ ਗਿਣਤੀ 'ਚ ਉਹਨਾਂ ਨੇ ਇਹਨਾਂ ਨੂੰ ਮਾਰਿਆ। ਤਾਂ ਇਸ ਧਾਰਮਿਕ ਸਥਾਨ 'ਚ ਇੰਨੀ ਵੱਡੀ ਗਿਣਤੀ 'ਚ ਹਥਿਆਰਬੰਦ ਲੋਕ ਸਨ ਜਿਹੜੇ ਇਕੱਠੇ ਹੋਏ ਸਨ, ਤਾਂ ਇਸ ਕਰਕੇ ਇਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ। ਇਹ ਮੀਟਿੰਗ ਦੇ ਵਿੱਚ ਇਹ ਗੱਲ ਉੱਥੇ ਵਿਚਾਰੀ ਗਈ, ਪਰ ਸਿੰਘ ਨਹੀਂ ਸੀ ਚਾਹੁੰਦੇ ਕਿ ਸੰਗਤ, ਬੱਚੇ, ਬੀਬੀਆਂ, ਬਜ਼ੁਰਗ ਅੰਦਰ ਹੀ ਸ਼ਹੀਦ ਹੋਣ। ਜਨਰਲ ਸ਼ਬੇਗ ਸਿੰਘ ਨੇ ਕਿਹਾ ਕਿ ਅਕਾਲੀ ਲੀਡਰਾਂ ਨੂੰ ਛੱਡ ਕੇ ਬਾਕੀ ਸਾਰੀ ਸੰਗਤ ਨੂੰ ਕਹੋ ਕਿ ਬਾਹਰ ਨਿਕਲ ਜਾਏ। ਜਿੱਥੇ ਕਿਤੇ ਵੀ ਨੇੜੇ ਤੇੜੇ ਉਹਨਾਂ ਤੋਂ ਸੁਨੇਹੇ ਭੇਜੇ ਗਏ, ਉਹਨਾਂ ਨੇ ਭੇਜੇ। ਹੁਣ ਗੱਲ ਆਉਂਦੀ ਹੈ ਅਸਲੀ। ਫੈਡਰੇਸ਼ਨ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਸੰਧੂ ਦੀ ਡਿਊਟੀ ਲਾਈ ਗਈ ਕਿ ਲੀਡਰ ਨਾ ਕੋਈ ਬਾਹਰ ਜਾ ਸਕੇ, ਕੁਝ ਵੀ ਹੋ ਜਾਏ। ਲੀਡਰਾਂ ਨੂੰ ਇਸ ਕਰਕੇ ਨਹੀਂ ਸੀ ਜਾਣ ਦੇਣਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਅੰਦਰ ਦੀ ਸਥਿਤੀ ਦਾ ਸਾਰਾ ਭੇਦ ਸੀ। ਸਿੰਘਾਂ ਨੂੰ ਡਰ ਸੀ ਕਿ ਇਹ ਅਖੌਤੀ ਲੀਡਰ ਕਿਤੇ ਫੌਜ ਨੂੰ ਅੰਦਰ ਦਾ ਸਾਰਾ ਭੇਦ ਨਾ ਦੇਣ, ਤੇ ਇਸ ਤਰ੍ਹਾਂ ਸੰਗਤ ਨੂੰ ਹੱਥ ਖੜੇ ਕਰਕੇ ਜਾਣ ਦੀ ਆਗਿਆ ਦੇ ਦਿੱਤੀ ਗਈ। ਤਕਰੀਬਨ 2000 ਸੰਗਤਾਂ ਸੀ ਜਿਹੜੀਆਂ ਬਾਹਰ ਵੀ ਗਈਆਂ, ਪਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਤਸੀਹੇ ਦੇਣੇ, ਉਹਨਾਂ ਨੂੰ ਟਾਰਚਰ ਕਰਨਾ ਸ਼ੁਰੂ ਕਰ ਦਿੱਤਾ। ਸੰਗਤਾਂ ਨੂੰ, ਬੀਬੀਆਂ, ਬੱਚਿਆਂ ਤੇ ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ ਤਾਂ ਵੱਖ ਕਰਕੇ ਨਾਲ ਦੀ ਨਾਲ ਗੋਲੀ ਮਾਰ ਦਿੱਤੀ ਗਈ ਉਹਨਾਂ ਦੇ ਸਾਹਮਣੇ। ਤੇ ਬਾਕੀ ਸੰਗਤ ਜਾਂ ਅੰਦਰ ਹੀ ਆਪਣੇ ਆਪ ਨੂੰ ਸੁਰੱਖਿਅਤ ਸਮਝਦੀ ਸੀ, ਜਾਂ ਫਿਰ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਮਰ ਮਿਟਣ ਲਈ ਤਿਆਰ ਜਿਹੜੇ ਯੋਧੇ ਸਨ, ਉਹ ਸੰਤਾਂ ਦੇ ਨਾਲ ਖੜੇ ਸਨ, ਮੋਢੇ ਨਾਲ ਮੋਢਾ ਲਾ ਕੇ। ਤਾਂ ਇਸ ਤਰੀਕੇ ਨਾਲ ਸੀ। ਹਰਮਿੰਦਰ ਸਿੰਘ ਸੰਧੂ ਦੀ ਡਿਊਟੀ ਲਾ ਦਿੱਤੀ ਗਈ। ਕੁਝ ਸਿੰਘਾਂ ਨੂੰ ਨਾਲ ਲਿਜਾ ਕੇ ਰਜਿੰਦਰ ਸਿੰਘ ਮਹਿਤਾ, ਵਿਰਸਾ ਸਿੰਘ ਵਲਟੋਹਾ, ਅਮਰਜੀਤ ਸਿੰਘ ਚਾਵਲਾ, ਇਹ ਉਹਨਾਂ ਦੇ ਨਾਲ ਸਨ। ਇਹਨਾਂ ਨੂੰ ਹਥਿਆਰ ਲੈ ਕੇ ਭੇਜਿਆ ਸੀ ਉੱਥੇ ਕਿ ਜੇ ਕੋਈ ਸਮਰਪਣ ਦੀ ਗੱਲ ਕਰੇ, ਜਿਨ੍ਹਾਂ ਨੇ ਸੌਹਾਂ ਖਾਧੀਆਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ, ਕਿ ਜਦੋਂ ਤੱਕ ਮੋਰਚਾ ਫਤਿਹ ਨਹੀਂ ਹੁੰਦਾ ਉਦੋਂ ਤੱਕ ਅਸੀਂ ਦਰਬਾਰ ਸਾਹਿਬ ਤੋਂ ਬਾਹਰ ਨਹੀਂ ਜਾਵਾਂਗੇ। ਤਾਂ ਇੱਕ ਸਹੁੰ ਉਹਨਾਂ ਨੇ ਆਖਰੀ ਦਿਨਾਂ 'ਚ ਹੋਰ ਖਾਧੀ ਸੀ ਗੁਰੂ ਗ੍ਰੰਥ ਸਾਹਿਬ ਅੱਗੇ, ਕਿ ਜੇਕਰ ਫੌਜ ਜਾਂ ਪੁਲਿਸ ਦਰਬਾਰ ਸਾਹਿਬ 'ਚ ਦਾਖਲ ਹੁੰਦੀ ਹੈ ਤਾਂ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਲੰਘ ਕੇ ਜਾਏਗੀ। ਤਾਂ ਉਹਨਾਂ ਦੀ ਇਹ ਸਹੁੰ ਬਚਾਉਣ ਦੇ ਲਈ ਹਰਮਿੰਦਰ ਸਿੰਘ ਸੰਧੂ ਦੀ ਡਿਊਟੀ ਲਾਈ ਗਈ। ਇਹ ਮਸਲਾ ਵੱਖਰਾ ਕਿਸੇ ਦਿਨ ਵਿਚਾਰਾਂਗੇ। ਅਸੀਂ ਗੱਲ ਕਰ ਰਹੇ ਹਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ ਦੀ। ਅੱਗੇ ਵਧਦੇ ਹਾਂ। ਜਦੋਂ ਬਾਅਦ 'ਚ ਆਪਾਂ ਫੋਨ ਤੇ ਗੱਲਾਂ ਕਰਾਂਗੇ ਤਾਂ ਇਸ ਮਸਲੇ ਤੇ ਆਪਾਂ ਖੁੱਲ੍ਹ ਕੇ ਗੱਲ ਕਰਾਂਗੇ। ਅੱਗੇ ਵਧਦੇ ਹਾਂ। 4 ਜੂਨ ਦੀ ਜਿਹੜੀ ਹਾਰ ਹੋਈ ਇੰਡੀਅਨ ਫੌਜ ਦੀ, ਉਹ ਤੋਂ ਬਾਅਦ ਸਾਰੀ ਗੱਲ ਮਿੰਟ ਦੀ ਖਬਰ ਦਿੱਲੀ ਪਹੁੰਚਦੀ ਸੀ ਨਾਲ ਨਾਲ।
ਉਹ ਤੋਂ ਬਾਅਦ ਜਿਹੜਾ ਜਨਰਲ ਬਰਾੜ ਹੈ ਤੇ ਮੇਜਰ ਜਨਰਲ ਸੁੰਦਰ ਜੀ, ਰਣਜੀਤ ਦਿਆਲ ਤੇ ਹੋਰ ਅਫਸਰ ਜਿਹੜੇ ਉਹ ਆਪਣੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਹੁਤ ਫਿਕਰਮੰਦ ਹੋਏ। ਸੋਚਾਂ ਲੱਗ ਗਈਆਂ ਉਹਨਾਂ ਨੂੰ। ਹੁਣ ਉਹ ਅਗਲੀ ਰਣਨੀਤੀ ਕੀ ਹੈ, ਉਹ ਕੀ ਕਰਨਾ ਚਾਹੀਦਾ ਉਹਨਾਂ ਨੂੰ, ਕਿਵੇਂ ਹਰਿਮੰਦਰ ਸਾਹਿਬ ਨੂੰ ਫਤਿਹ ਕੀਤਾ ਜਾਵੇ। ਤੇ ਉਤੋਂ ਇੰਦਰਾ ਵੱਲੋਂ ਵੀ ਬਹੁਤ ਜ਼ਬਰਦਸਤ ਸਿੱਧੀ ਗੱਲਬਾਤ ਹੋ ਰਹੀ ਸੀ ਇੰਦਰਾ ਨਾਲ, ਜਨਰਲ ਬਰਾੜ ਦੀ, ਸੁੰਦਰ ਜੀ ਦੀ ਤੇ ਜਨਰਲ ਵੈਦਿਆ ਦੀ, ਕਿ ਜਲਦੀ ਤੋਂ ਜਲਦੀ ਹਰਿਮੰਦਰ ਸਾਹਿਬ ਨੂੰ ਫਤਿਹ ਕੀਤਾ ਜਾਵੇ ਤੇ ਅੰਦਰੋਂ ਕਿਸੇ ਨੂੰ ਵੀ ਗ੍ਰਿਫਤਾਰ ਨਾ ਕੀਤਾ ਜਾਵੇ, ਗ੍ਰਿਫਤਾਰ ਨਾ ਕੀਤਾ ਜਾਵੇ। ਜੋ ਵੀ ਸਾਹਮਣੇ ਆਵੇ ਗੋਲੀ ਮਾਰ ਦਿਓ। ਸਰਕਾਰ ਨੂੰ ਬਾਹਰ ਪਿੰਡਾਂ 'ਚ ਤੇ ਹੋਰ ਜਿਹੜੀ ਸਿੱਖ ਸੰਗਤ ਸੀ ਉਹਨਾਂ ਦਾ ਵੀ ਖਤਰਾ ਪੂਰਾ ਸੀ ਤੇ ਸਿੱਖ ਰੈਜੀਮੈਂਟਾਂ 'ਚ ਹਲਚਲ ਹੋਣੀ ਸ਼ੁਰੂ ਹੋ ਗਈ ਸੀ। 5 ਜੂਨ ਨੂੰ ਸਵੇਰੇ ਤੜਕੇ ਅੰਮ੍ਰਿਤ ਵੇਲੇ 4:15 ਤੇ ਫੌਜ ਦਰਬਾਰ ਸਾਹਿਬ ਦੇ ਉੱਪਰ ਇੱਕ ਵਾਰ ਫੇਰ ਜ਼ੋਰਦਾਰ ਹਮਲਾ ਕਰਨ ਲਈ ਤਿਆਰ ਹੋ ਗਈ। ਦੋਹਾਂ ਪਾਸਿਆਂ ਤੋਂ ਭਾਰੀ ਗੋਲਾਬਾਰੀ ਸ਼ੁਰੂ ਹੋਈ। ਫੌਜ ਵੱਲੋਂ ਬੰਬਾਂ ਗ੍ਰਨੇਡਾਂ ਦੀਆਂ ਬੁਛਾੜਾਂ ਘੰਟਾ ਘਰ ਚੌਂਕ ਤੋਂ ਹਰਿਮੰਦਰ ਸਾਹਿਬ ਵੱਲ ਪੈ ਰਹੀਆਂ ਸਨ। ਹਰਿਮੰਦਰ ਸਾਹਿਬ ਦੇ ਸੁਨਹਿਰੀ ਪੱਤਰੇ ਉਤਾਂਹ ਨੂੰ ਚੜ੍ਹਦੇ ਦਿਖਾਈ ਦੇ ਰਹੇ ਸਨ। ਸੁਲਤਾਨਵਿੰਡ ਗੇਟ ਤੋਂ ਟੈਂਕਾਂ ਦਾ ਇੱਕ ਕਾਫਲਾ ਹਰਿਮੰਦਰ ਸਾਹਿਬ ਵੱਲ ਤੁਰ ਪਿਆ ਤੇ ਜਲਿਆਂਵਾਲਾ ਬਾਗ ਦੇ ਦਰਵਾਜ਼ੇ ਛੋਟੇ ਹੋਣ ਕਰਕੇ ਕੰਧ ਪੜ ਕੇ ਅੰਦਰ 25 ਪੌਂਡ ਗੋਲੇ ਵਾਲੀ ਤੋਪ ਜਿਹੜੀ ਹੋਇਟਜ਼ਰ ਗਨ ਉੱਥੇ ਅੰਦਰ ਬੀੜ ਦਿੱਤੀ, ਜਿਸ ਮਾਰੂ ਤੋਪ ਦੀ ਮਾਰ 6 ਮੀਲ ਤੱਕ ਹੁੰਦੀ ਹੈ। ਤਾਂ ਇੱਕ ਤੋਪ ਜਿਹੜੀ ਹੈਗੀ ਹੈ ਸੁਲਤਾਨਵਿੰਡ ਗੇਟ ਤੇ ਬੀੜ ਦਿੱਤੀ ਗਈ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਟੈਂਕਾਂ ਦੀਆਂ ਬਣੀਆਂ ਮਜ਼ਬੂਤ ਦੀਵਾਰਾਂ ਨੇ ਘੇਰਿਆ ਹੋਇਆ ਸੀ। 5 ਜੂਨ ਤੜਕੇ ਸੂਰਜ ਦੀ ਟਿੱਕੀ ਚੜ੍ਹਦਿਆਂ ਹੀ ਫੌਜ ਨੇ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘਾਂ ਦੇ ਬਣੇ ਮਜ਼ਬੂਤ ਮੋਰਚਿਆਂ ਦੇ ਉੱਪਰ ਤੋਪਾਂ ਦੇ ਫਾਇਰ ਖੋਲ੍ਹ ਦਿੱਤੇ। ਜਿੱਥੇ ਤੋਪਾਂ ਤੇ ਟੈਂਕਾਂ ਦੇ ਗੋਲੇ ਦਾਗੇ ਜਾ ਰਹੇ ਸਨ, ਉੱਥੇ ਫੌਜ ਵੱਲੋਂ ਤਿੰਨਾਂ ਪਾਸਿਆਂ ਤੋਂ ਰਾਕਟਾਂ, ਬੰਬਾਂ, ਗ੍ਰਨੇਡਾਂ ਤੇ ਮਾਰੂ ਹਥਿਆਰਾਂ ਨਾਲ ਹਮਲਾ ਕੀਤਾ ਜਾ ਰਿਹਾ ਸੀ ਤੇ ਅੰਮ੍ਰਿਤਸਰ ਸ਼ਹਿਰ ਉੱਪਰ ਧੂੰਆਂ ਹੀ ਧੂੰਆਂ ਸੀ। ਆਕਾਸ਼ ਦੇਖਣਾ ਹੀ ਮੁਸ਼ਕਲ ਸੀ। ਟੈਂਕਾਂ, ਤੋਪਾਂ ਤੇ ਅੱਗ ਦੇ ਗੋਲਿਆਂ, ਗ੍ਰਨੇਡਾਂ ਤੇ ਖੜਾਕ ਦੇ ਨਾਲ ਲੋਕਾਂ ਦੇ ਬੂਹੇ ਬਾਰੀਆਂ ਤੇ ਦਰਵਾਜ਼ੇ ਖੜਕ ਰਹੇ ਸਨ। ਸਿੰਘਾਂ ਦੇ ਉੱਪਰ ਹੁਣ ਤੋਪਾਂ, ਟੈਂਕਾਂ ਦੇ ਗੋਲੇ ਡਿੱਗ ਰਹੇ ਸਨ। ਜਦੋਂ ਵੀ ਤੋਪ ਦਾ ਗੋਲਾ ਸਿੰਘਾਂ ਦੇ ਮੋਰਚਿਆਂ ਉੱਪਰ ਡਿੱਗਦਾ ਤਾਂ ਸਿੰਘਾਂ ਦੇ ਸਰੀਰ ਫਿੱਤੇ ਹੋ ਕੇ ਉਤਾਂਹ ਨੂੰ ਉੱਡਦੇ ਦਿਖਾਈ ਦਿੰਦੇ ਸਨ। ਜਲਿਆਂਵਾਲਾ ਬਾਗ ਤੋਂ ਜਾਂਦਾ ਹਰਿਮੰਦਰ ਸਾਹਿਬ ਦਾ ਰਸਤਾ ਸਿੰਘਾਂ ਦੀਆਂ ਗੋਲੀਆਂ ਦੇ ਨਿਸ਼ਾਨਾਂ ਨਾਲ ਵਿੰਨ੍ਹਿਆ ਪਿਆ ਸੀ ਤਾਂ ਫੌਜੀਆਂ ਦੀਆਂ ਲਾਸ਼ਾਂ ਸੜਕਾਂ ਤੇ ਪਈਆਂ ਦਿਖਾਈ ਦੇ ਰਹੀਆਂ ਸਨ। ਸੜਕਾਂ ਤੇ ਖੂਨ ਦੀਆਂ ਨਦੀਆਂ ਵਗ ਰਹੀਆਂ ਸਨ। ਅੱਤ ਦੀ ਗਰਮੀ ਪੈਣ ਕਰਕੇ ਲਾਸ਼ਾਂ ਮੁਸ਼ਕੀ ਜਾ ਰਹੀਆਂ ਸਨ। ਸੜਕਾਂ ਤੇ ਖੂਨ ਦੀਆਂ ਨਦੀਆਂ ਵਗ ਰਹੀਆਂ ਸਨ ਤੇ ਮਨੁੱਖੀ ਲਾਸ਼ਾਂ ਦੀ ਮੁਸ਼ਕ ਆਉਣ ਕਰਕੇ ਕਾਂ ਤੇ ਇੱਲਾਂ ਅਸਮਾਨ 'ਚ ਇਸ ਤਰ੍ਹਾਂ ਚੱਕਰ ਲਾ ਰਹੇ ਸਨ ਜਿਵੇਂ ਕਿਸੇ ਹੱਡਾਂ ਰੋੜੀ ਦੇ ਘੁੰਮਦੇ ਨੇ। ਭੁੱਖਣ ਭਾਣੇ ਸਿੰਘਾਂ ਤੇ 4 ਦਿਨਾਂ ਤੋਂ ਇੱਕ ਵੀ ਵਾਰ ਸੌਂ ਨਾ ਸਕਣ ਵਾਲੇ ਮਰਜੀਵੜਿਆਂ ਨੇ ਫੌਜੀਆਂ ਦਾ ਇੰਨਾ ਜ਼ਬਰਦਸਤ ਮੁਕਾਬਲਾ ਕੀਤਾ ਕਿ ਫੌਜ ਨੂੰ ਇੱਕ ਵਾਰ ਸੈਂਕੜੇ ਫੌਜੀ ਮਰਵਾ ਕੇ ਪਿੱਛੇ ਹਟਣ ਲਈ ਫੇਰ ਮਜਬੂਰ ਹੋਣਾ ਪਿਆ। ਫੌਜ 5 ਜੂਨ ਨੂੰ ਇੱਕ ਵਾਰ ਫੇਰ ਪਿੱਛੇ ਹਟੀ ਤੇ 7 ਵਜੇ ਦੇ ਕਰੀਬ ਇਹ ਲੜਾਈ ਫੇਰ ਬੰਦ ਹੋ ਗਈ। 4 ਤੇ 5 ਜੂਨ ਦੀ ਇਸ ਲੜਾਈ ਦੇ ਦੌਰਾਨ ਵੀ ਰਾਗੀ ਸਿੰਘ ਤੇ ਗ੍ਰੰਥੀ ਸਿੰਘ ਪੂਰੀ ਮਰਿਆਦਾ ਦੇ ਨਾਲ ਕੀਰਤਨ ਕਰਦੇ ਰਹੇ ਅੰਦਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਤੇ ਗੁਰਮਰਿਆਦਾ ਨਿਭਾਉਂਦੇ ਰਹੇ। ਸਾਰੇ ਸ਼ਹਿਰ 'ਚ ਸੁੰਨਸਾਨ ਸੀ। ਜਦੋਂ ਗੋਲੀਬਾਰੀ ਘੱਟ ਹੁੰਦੀ ਤਾਂ ਕੀਰਤਨ ਦੀ ਜਿਹੜੀ ਆਵਾਜ਼ ਹੈ ਉਹ ਕਦੇ-ਕਦੇ ਲਾਊਡ ਸਪੀਕਰਾਂ ਰਾਹੀਂ ਬਹੁਤ ਦੂਰ ਤੱਕ ਜਾਂਦੀ। ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਇਹ ਸ਼ਬਦ ਅੰਦਰ ਰਾਗੀ ਸਿੰਘ ਗਾਇਨ ਕਰਦੇ ਰਹੇ ਇਹਨਾਂ ਸ਼ਬਦਾਂ ਦਾ। 5 ਜੂਨ ਨੂੰ ਤਕਰੀਬਨ 1 ਘੰਟਾ ਫੇਰ ਫਾਇਰਿੰਗ ਬੰਦ ਹੋਈ ਜਦੋਂ ਜਨਰਲ ਸ਼ਵੇਗ ਸਿੰਘ ਨੇ ਇੱਧਰ ਉੱਧਰ ਭੱਜ ਨੱਠ ਕਰਕੇ ਮੋਰਚਿਆਂ ਨੂੰ ਫੇਰ ਮਜ਼ਬੂਤ ਕਰ ਲਿਆ ਤੇ ਫੇਰ ਲੋੜੀਂਦਾ ਗੋਲੀ ਸਿੱਕਾ ਉਹਨਾਂ ਸਾਰਿਆਂ ਮੋਰਚਿਆਂ ਤੱਕ ਪਹੁੰਚਾਇਆ ਖੁਦ ਜਨਰਲ ਸ਼ਵੇਗ ਸਿੰਘ ਨੇ। ਰੇਤ ਦੀਆਂ ਬੋਰੀਆਂ ਫੇਰ ਟੁੱਟੇ ਹੋਏ ਮੋਰਚਿਆਂ ਉੱਪਰ ਲਾਈਆਂ। ਬੱਬਰ ਸਿੰਘਾਂ ਨੂੰ ਸੰਤਾਂ ਵੱਲੋਂ ਹੋਰ ਗੋਲਾ ਬਾਰੂਦ ਦਿੱਤਾ ਗਿਆ ਤੇ ਮੋਰਚਿਆਂ 'ਚੋਂ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਸਿੰਘਾਂ ਦੀ ਥਾਂ ਤੇ ਹੋਰ ਨਵੇਂ ਸਿੰਘਾਂ ਨੇ ਮੋਰਚੇ ਸੰਭਾਲੇ। ਇਸ ਤਰ੍ਹਾਂ ਫੌਜ ਵੱਲੋਂ ਤੋੜੇ ਮੋਰਚਿਆਂ ਨੂੰ ਦੁਬਾਰਾ ਮਜ਼ਬੂਤ ਕੀਤਾ ਗਿਆ। 70 ਤੋਂ 80 ਤੱਕ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਸਨ 5 ਜੂਨ ਤੱਕ, ਜਿਹੜੇ ਹਥਿਆਰਬੰਦ ਸਿੰਘ ਸਨ ਮੁਕਾਬਲਾ ਕਰਨ ਵਾਲੇ। ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਨੂੰ ਇਕੱਠਿਆਂ ਕਰਕੇ ਸੰਸਕਾਰ ਕੀਤਾ ਗਿਆ ਤੇ ਜ਼ਖਮੀ ਸਹਾਇਤਾ ਨੂੰ ਜਿਹੜੀ ਦਿੱਤੀ ਗਈ ਜ਼ਖਮੀਆਂ ਨੂੰ ਤੇ ਮੱਲਮ ਪੱਟੀ ਕੀਤੀ ਗਈ ਕਿਸੇ ਨੂੰ ਤੇ ਜਨਰਲ ਸ਼ਵੇਗ ਸਿੰਘ ਨੇ ਨਾਲ ਹੀ ਲੜਨ ਵਾਲੇ ਸਿੰਘਾਂ ਤੇ ਸਮੂਹ ਸੰਗਤ ਨੂੰ ਸੁਚੇਤ ਕਰ ਦਿੱਤਾ ਕਿ ਬਹੁਤ ਜਲਦੀ ਫੌਜ ਵੱਲੋਂ ਇੱਕ ਜ਼ਬਰਦਸਤ ਹਮਲਾ ਹੋਣ ਵਾਲਾ ਹੈ, ਹੁਣ ਤਿਆਰ ਹੋ ਜਾਓ। ਤੇ ਉਹਨਾਂ ਨੇ ਗਰਜਵੀਂ ਆਵਾਜ਼ 'ਚ ਕਿਹਾ ਕਿ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਣ ਦਾ ਯਤਨ ਕਰਨ ਵਾਲਿਆਂ ਨੂੰ ਐਸਾ ਸਬਕ ਸਿਖਾਓ
ਕਿ ਦੁਨੀਆ ਜਾਣ ਜਾਏ ਕਿ ਅਸੀਂ ਦਸ਼ਮੇਸ਼ ਪਿਤਾ ਦੇ ਸਿੱਖ ਹਾਂ, ਜਿਸ ਨੇ ਆਪਣਾ ਸਰਬੰਸ ਵਾਰ ਦਿੱਤਾ ਪਰ ਜ਼ਾਲਮ ਦੀ ਈਨ ਨਹੀਂ ਸੀ ਮੰਨੀ। ਤੇ ਇਸ ਤਰ੍ਹਾਂ ਦਾ ਉਪਦੇਸ਼ ਕਰਕੇ ਜਨਰਲ ਸ਼ੁਬੇਗ ਸਿੰਘ ਅਕਾਲ ਤਖਤ ਦੇ ਤਹਿਖਾਨੇ ਵੱਲ ਚਲੇ ਗਏ ਸਨ। 8 ਵਜਣ ਦੀ ਦੇਰ ਸੀ। ਫੌਜ ਨੇ ਦੁਬਾਰਾ ਇੱਕਦਮ ਫੇਰ ਦਰਬਾਰ ਸਾਹਿਬ ਉੱਤੇ ਟੈਂਕਾਂ ਦਾ ਫਾਇਰ ਖੋਲ੍ਹਤਾ। ਫੌਜ ਵੱਲੋਂ ਜ਼ਬਰਦਸਤ ਫਾਇਰਿੰਗ ਹੋ ਰਹੀ ਸੀ। ਮਰਜੀਵੜਿਆਂ ਵੱਲੋਂ ਸ਼ਿਸ਼ਤ ਬੰਨ੍ਹ ਕੇ ਫਾਇਰਿੰਗ ਕੀਤੀ ਜਾ ਰਹੀ ਸੀ। ਅਚਾਨਕ 9:80 ਤੇ 9:40 ਤੇ ਸਿੰਘਾਂ ਨੇ ਬੁੰਗਾ ਰਾਮਗੜੀਆਂ ਉੱਪਰੋਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਬੁੰਗੇ ਤੋਂ, ਦੋਹਾਂ ਬੁੰਗਿਆਂ ਤੋਂ ਫੌਜ ਦੇ ਉੱਪਰ ਜ਼ਬਰਦਸਤ ਫਾਇਰਿੰਗ ਕੀਤੀ। 5 ਜੂਨ ਦੀ ਰਾਤ ਤੱਕ ਇਹ ਦੋਵੇਂ ਬੁੰਗਿਆਂ ਤੇ ਸਿੰਘ ਡਟੇ ਹੋਏ ਸਨ ਮੋਰਚਿਆਂ ਤੇ 5 ਜੂਨ ਨੂੰ 10:15 ਤੇ ਫੌਜਾਂ ਵੱਲੋਂ ਫਾਇਰਿੰਗ ਤੇਜ਼ ਕਰ ਦਿੱਤੀ ਗਈ। ਸੁਲਤਾਨਵਿੰਡ ਗੇਟ ਤੇ ਜਲਿਆਂਵਾਲੇ ਬਾਗ ਤੋਂ ਤੋਪਾਂ ਦੇ ਗੋਲੇ ਦੋਹਾਂ ਬੁਰਜਾਂ ਦੇ ਉੱਪਰ ਡਿੱਗਣੇ ਸ਼ੁਰੂ ਹੋ ਗਏ ਤੇ ਨਾਲ ਹੀ ਪਾਣੀ ਦੀ ਟੈਂਕੀ ਉੱਪਰ ਗੋਲੇ ਡਿੱਗਣੇ ਸ਼ੁਰੂ ਹੋ ਗਏ। ਜਦੋਂ ਬੁਰਜਾਂ ਦੇ ਉੱਪਰ ਵੱਡੀ ਤੋਪ ਦਾ ਗੋਲਾ ਡਿੱਗਦਾ ਤਾਂ ਧੂਏ ਤੇ ਅੱਗ ਦਾ ਵੱਡਾ ਪਹਾੜ ਬਣ ਜਾਂਦਾ ਤੇ ਫਿਰ ਬੁਰਜ ਕਿੰਨਾ ਚਿਰ ਦਿਖਾਈ ਨਾ ਦਿੰਦੇ। ਕਈ ਵਾਰ ਮੋਰਚਿਆਂ 'ਚ ਬੈਠੇ ਸਿੰਘਾਂ ਦੇ ਸਰੀਰ ਦੇ ਪੁਰਜੇ ਹਵਾ ਝੁੱਟਦੇ ਦਿਖਾਈ ਦਿੰਦੇ। ਹੁਣ 2 ਬੁਰਜਾਂ 'ਚੋਂ ਫਾਇਰਿੰਗ ਹੋਣੀ ਬੰਦ ਹੋ ਗਈ ਸੀ। 2 ਬੁਰਜਾਂ ਨੂੰ ਉਹਨਾਂ ਨੇ ਜਿੱਤ ਲਿਆ ਸੀ। ਸਿੰਘਾਂ ਦੇ ਬੁਰਜਾਂ ਵਾਲੇ ਮੋਰਚਿਆਂ 'ਚੋਂ ਜਿਵੇਂ ਹੀ ਫਾਇਰਿੰਗ ਬੰਦ ਹੋਈ ਤਾਂ ਫੌਜ ਦੇ ਬਹੁਤ ਵੱਡੇ ਲਸ਼ਕਰ ਨੇ ਬਾਬਾ ਅਟੱਲ ਵਾਲੇ ਪਾਸਿਓਂ ਅੰਦਰ ਵੜਨ ਲਈ ਹਮਲਾ ਕੀਤਾ। ਤਾਂ ਬਾਬਾ ਅਟੱਲ ਸਾਹਿਬ ਵੱਲੋਂ ਸਿੰਘਾਂ ਨੇ ਐਸੀ ਜ਼ੋਰਦਾਰ ਫਾਇਰਿੰਗ ਕੀਤੀ ਕਿ ਫੌਜੀਆਂ ਦੀਆਂ ਲਾਸ਼ਾਂ ਦੇ ਢੇਰ ਲਗਾ ਦਿੱਤੇ ਉਧਰ, ਤੇ ਬਾਕੀ ਦਿਆਂ ਉਹਨਾਂ ਨੂੰ ਪੈਰ ਸਿਰ ਉੱਪਰ ਰੱਖ ਕੇ ਦੌੜਨਾ ਪਿਆ ਤੇ ਫੌਜ ਨੂੰ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਗੋਲੀ ਆ ਕਿੱਥੋਂ ਰਹੀ ਹੈ। ਫੌਜ ਨੂੰ ਪਤਾ ਨਹੀਂ ਲੱਗਿਆ ਕਿ ਗੋਲੀ ਕਿੱਥੋਂ ਆ ਰਹੀ ਹੈ। ਤੇ ਇਸ ਤਰੀਕੇ ਨਾਲ ਸਿੰਘਾਂ ਕੋਲ ਇੱਕ ਵਾਇਰਲੈਸ ਸੀ ਬਸ, ਜਿਹੜਾ ਜਨਰਲ ਸ਼ੁਬੇਗ ਸਿੰਘ ਕੋਲ ਸੀ ਬਸ। ਇੱਥੋਂ ਹੀ ਫੌਜ ਦੇ ਜਿਹੜੇ ਗੁਪਤ ਭੇਦ ਸਨ ਉਹਨਾਂ ਦਾ ਪਤਾ ਲੱਗ ਰਿਹਾ ਸੀ। ਇਸ ਭਿਆਨਕ ਘਮਸਾਨ ਦੇ ਯੁੱਧ 'ਚ ਸਿੰਘ ਅਕਾਲ ਤਖਤ ਸਾਹਿਬ ਤੋਂ ਦੌੜ ਕੇ ਮੋਰਚਿਆਂ ਵੱਲ ਜਾਂਦੇ, ਸਿੰਘਾਂ ਨੂੰ ਗੋਲੀ ਸਿੱਕਾ ਤੇ ਹਦਾਇਤਾਂ ਜਾਰੀ ਕਰਦੇ। ਤੇ ਹੁਣ ਤੱਕ ਦੋਹਾਂ ਬੁਰਜਾਂ ਤੇ ਦੋਹਾਂ ਮੋਰਚਿਆਂ 'ਚੋਂ ਸਿੰਘ ਕਾਫੀ ਸ਼ਹੀਦੀ ਪਾ ਚੁੱਕੇ ਸਨ ਤੇ ਫੌਜ ਦਾ ਆਪਣਾ ਖਾਸ ਨਿਸ਼ਾਨਾ ਦੋਵੇਂ ਬੁਰਜ, ਲੰਗਰ ਹਾਲ ਦੀ ਇਮਾਰਤ, ਪਾਣੀ ਵਾਲੀ ਟੈਂਕੀ, ਗੁਰੂ ਰਾਮਦਾਸ ਰਾਹ ਉੱਪਰ ਬਣੇ ਬੰਕਰ, ਬਾਬਾ ਅਟੱਲ ਤੇ ਕੰਪਲੈਕਸ ਦੇ ਹੋਰ ਮੋਰਚੇ ਤੇ ਪ੍ਰਾਈਵੇਟ ਘਰਾਂ ਉੱਪਰ ਬਣੇ ਸਿੰਘਾਂ ਦੇ ਮੋਰਚਿਆਂ ਨੂੰ ਫਤਿਹ ਕਰਕੇ ਇਹਨਾਂ ਦੇ ਉੱਪਰ ਕਬਜ਼ਾ ਕਰਨਾ ਸੀ ਤੇ ਫਿਰ ਅਕਾਲ ਤਖਤ ਸਾਹਿਬ ਵੱਲ ਅੱਗੇ ਵਧਣਾ ਸੀ। ਤੇ ਅੰਦਰੋਂ ਸਿੰਘਾਂ ਦੀ ਲੜਾਈ ਬੜੀ ਅਨੋਖੀ ਸੀ। ਸਿੰਘ ਆਪੋ ਆਪਣੇ ਮੋਰਚਿਆਂ 'ਚ 2-2 ਦੀਆਂ ਜੋਟੀਆਂ 'ਚ ਆਉਂਦੇ ਤੇ ਫੌਜ ਦੇ ਦਾਖਲੇ ਨੂੰ ਰੋਕਣ ਲਈ ਵਾਹ ਲਾਉਂਦੇ। ਜਦੋਂ ਦੋਵੇਂ ਸਿੰਘ ਸ਼ਹੀਦ ਹੋ ਜਾਂਦੇ ਤਾਂ ਦੂਸਰੇ ਸਿੰਘ ਮੋਰਚੇ ਸੰਭਾਲ ਲੈਂਦੇ। ਪਾਣੀ ਵਾਲੀ ਟੈਂਕੀ ਉੱਪਰ ਫੈਡਰੇਸ਼ਨ ਦੇ ਸਿੰਘਾਂ ਨੇ ਮੋਰਚਾ ਸੰਭਾਲਿਆ ਹੋਇਆ ਸੀ। ਉੱਥੇ ਖਾਲਿਸਤਾਨ ਦਾ ਝੰਡਾ ਝੁੱਲ ਰਿਹਾ ਸੀ ਤੇ ਜਦੋਂ ਤੋਪ ਦਾ ਗੋਲਾ ਸਿੰਘਾਂ ਦੇ ਮੋਰਚਿਆਂ ਉੱਪਰ ਆਣ ਕੇ ਡਿੱਗਦਾ ਤਾਂ ਸਿੰਘ ਸ਼ਹੀਦ ਹੋਣ ਤੋਂ ਬਾਅਦ 2 ਸਿੰਘ ਫੇਰ ਦੁਬਾਰਾ ਮੋਰਚਾ ਸੰਭਾਲ ਲੈਂਦੇ ਤੇ ਖਾਲਿਸਤਾਨ ਦੇ ਝੰਡੇ ਨੂੰ ਝੂਲਦਾ ਰੱਖਦੇ। ਅਖੀਰ ਇੱਕ ਤੋਪ ਦਾ ਗੋਲਾ ਪਾਣੀ ਵਾਲੀ ਟੈਂਕੀ ਦੀ ਐਨ ਵਿਚਕਾਰ ਆ ਕੇ ਵੱਜਾ ਤਾਂ ਟੈਂਕੀ 'ਚ ਬਹੁਤ ਵੱਡਾ ਪਾੜ ਪੈ ਗਿਆ। ਟੈਂਕੀ ਦਾ ਸਾਰਾ ਪਾਣੀ ਹੇਠਾਂ ਆ ਡਿੱਗਿਆ, ਜਿਹੜਾ ਸਿੰਘਾਂ ਲਈ ਬਹੁਤ ਹੀ ਪਰੇਸ਼ਾਨੀ ਦਾ ਕਾਰਨ ਬਣਿਆ। ਇਸ ਤਰ੍ਹਾਂ ਇਹਨਾਂ ਮੋਰਚਿਆਂ 'ਚੋਂ ਕਲਗੀਧਰ ਦੇ ਵੀਰ ਬਹਾਦਰ ਫੌਜ ਦੇ ਨਾਲ ਅਖੀਰਲੇ ਦਮ ਤੱਕ ਲੜਦੇ ਰਹੇ ਤੇ ਹੁਣ ਫੌਜ ਨੇ ਆਪਣੀਆਂ ਮਾਰੂ ਤੋਪਾਂ ਦੀਆਂ ਰੇਂਜਾਂ ਅਕਾਲ ਤਖਤ ਸਾਹਿਬ ਵੱਲ ਸਿੱਧੀਆਂ ਕਰ ਲਈਆਂ। ਇੰਨਾ ਨੁਕਸਾਨ ਹੋਇਆ ਦੇਖ ਕੇ ਫੌਜ ਦਾ ਜਿਹੜਾ ਚੀਫ ਜਨਰਲ ਸੀ ਅਰੁਣ ਵੈਦਿਆ ਤੇ ਹੋਰ ਦੂਜੇ ਜਿਹੜੇ ਉਹਦੇ ਟਟਪੂੰਝੀਏ ਸਨ ਤੇ ਸਰਕਾਰ ਘਬਰਾ ਗਈ ਇੱਕਦਮ। KS ਬਰਾੜ ਦੀ ਜਿਹੜੀ ਆਪਣੀ ਇੰਟਰਵਿਊ ਦਿੱਤੀ ਉਹਨੇ ਬਾਅਦ ਦੇ ਵਿੱਚ, ਉਹ ਇੰਨਾ ਨੁਕਸਾਨ ਤਾਂ ਉਹਨੇ ਕਿਹਾ ਕਿ ਪਾਕਿਸਤਾਨ ਦੀ ਜੰਗ ਵੇਲੇ ਨਹੀਂ ਸੀ ਹੋਇਆ। ਪੂਰੇ 5 ਦਿਨ ਹੋ ਗਏ ਸਨ ਫੌਜ ਨੂੰ ਅੰਦਰ ਵੜਨ ਨੂੰ ਰੋਕਿਆ ਹੋਇਆ ਸੀ ਤੇ ਸਰਕਾਰ ਵੱਲੋਂ ਇਹ ਵੀ ਹੁਕਮ ਹੋ ਚੁੱਕਾ ਸੀ ਕਿ ਦਰਬਾਰ ਸਾਹਿਬ ਦੇ ਆਲੇ ਦੁਆਲਿਓਂ ਸਿੱਖਾਂ ਦੇ ਘਰ ਘਾਟ ਤੇ ਸਾਰੀਆਂ ਦੁਕਾਨਾਂ ਨੂੰ ਵੀ ਜੇ ਢਹਿ ਢੇਰੀ ਕਰਨਾ ਪਏ ਤਾਂ ਢਾਹ ਦਿਓ। ਤੇ ਹੋਇਆ ਵੀ ਐਵੇਂ। ਅਕਾਲ ਤਖਤ ਸਾਹਿਬ ਦੇ ਪਿਛਲੇ ਪਾਪੜਵੜੀਆਂ ਬਾਜ਼ਾਰ, ਗੁਰੂ ਬਾਜ਼ਾਰ, ਕਾਠੀਆਂ ਵਾਲਾ ਬਾਜ਼ਾਰ, ਇਹ ਸਾਰੇ ਢਾਹ ਕੇ ਖੰਡਰ ਬਣਾ ਦਿੱਤੇ ਗਏ। 1300 ਦੇ ਕਰੀਬ ਸਿੱਖਾਂ ਦੀਆਂ ਦੁਕਾਨਾਂ ਢਾਹ ਕੇ ਮਿੱਟੀ 'ਚ ਮਿਲਾ ਦਿੱਤੀਆਂ। ਅਕਾਲ ਤਖਤ ਉੱਪਰ ਹੁਣ ਗੋਲੇ ਲਗਾਤਾਰ ਫੌਜ ਵੱਲੋਂ ਸੁੱਟੇ ਜਾ ਰਹੇ ਸਨ। ਸਰਕਾਰ ਦਾ ਖਿਆਲ ਸੀ ਕਿ ਸੰਤ ਭਿੰਡਰਾਂ ਵਾਲੇ ਤੇ ਹੋਰ ਜਿਹੜੇ ਬਾਕੀ ਚੋਟੀ ਦੇ ਸਿੰਘ ਨੇ ਉਹ ਅਕਾਲ ਤਖਤ 'ਚ ਹੀ ਨੇ। ਫੌਜੀ ਜਰਨੈਲ ਸੋਚ ਰਹੇ ਸਨ ਕਿ ਅਕਾਲ ਤਖਤ ਸਾਹਿਬ ਉੱਪਰ ਗੋਲੇ ਵਰਸਾਉਣ ਮਗਰੋਂ ਸ਼ਾਇਦ ਜਲਦੀ ਹੀ ਅਕਾਲ ਤਖਤ ਸਾਹਿਬ ਤੇ ਕਬਜ਼ਾ ਹੋ ਜਾਊਗਾ, ਪਰ ਅਜੇ ਉਹਨਾਂ ਦੀ ਮੰਜ਼ਿਲ ਬਹੁਤ ਦੂਰ ਸੀ। ਹੁਣ ਤੱਕ ਸਿੰਘਾਂ ਦੀਆਂ ਵੀ ਕਾਫੀ ਸ਼ਹੀਦੀਆਂ ਹੋ ਚੁੱਕੀਆਂ ਸਨ। ਅਕਾਲ ਤਖਤ ਸਾਹਿਬ ਤੇ ਉਹਦੇ ਪਿੱਛੇ ਬਾਜ਼ਾਰ ਤੇ ਘਰਾਂ ਉੱਪਰ ਗੋਲੇ ਦਾਗਣ ਤੋਂ ਬਾਅਦ ਤੋਪਾਂ ਦੇ ਗੋਲੇ ਕੁਝ ਦੇਰ ਲਈ ਬੰਦ ਹੋ ਗਏ। ਤੋਪਾਂ ਦੇ ਗੋਲਿਆਂ ਨਾਲ ਦੋਵੇਂ ਬੁਰਜ, ਪਾਣੀ ਵਾਲੀ ਟੈਂਕੀ, ਬਾਬਾ ਅਟੱਲ ਸਾਹਿਬ ਤੇ ਆਲੇ ਦੁਆਲੇ ਦੀਆਂ ਜਿਹੜੀਆਂ ਪ੍ਰਾਈਵੇਟ ਇਮਾਰਤਾਂ ਦੇ ਉੱਪਰ ਬਣੇ ਮੋਰਚੇ ਹੁਣ ਤੱਕ ਤਬਾਹ ਹੋ ਚੁੱਕੇ ਸਨ। ਬਾਕੀ ਬਚੇ ਸਿੰਘਾਂ ਨੇ ਗੁਰੂ ਰਾਮਦਾਸ ਰਾਹ ਤੇ ਰਾਮਦਾਸ ਲੰਗਰ ਦੀ ਇਮਾਰਤ ਦੀ ਛੱਤ ਉੱਪਰ ਜਿਹੜੇ ਮੋਰਚੇ ਬਣੇ ਹੋਏ ਸਨ ਉਹ ਹੋਰ ਮਜ਼ਬੂਤ ਕਰ ਲਏ ਤੇ ਸੰਤ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਤੇ ਸ਼ੁਬੇਗ ਸਿੰਘ
ਜਿਉਂਦੇ ਬਚੇ ਸਿੰਘਾਂ ਦੇ ਮੋਰਚਿਆਂ 'ਚ ਡਿਊਟੀਆਂ ਲਗਾ ਰਹੇ ਸਨ ਤੇ ਪ੍ਰਕਰਮਾਂ 'ਚ ਬਣੇ ਕਮਰਿਆਂ ਤੇ ਬੀਬੀਆਂ ਦੇ ਜਿਹੜੇ ਪੌਣੇ ਘਰ ਹੁੰਦੇ ਨੇ ਉਹਨਾਂ 'ਚ ਸਿੰਘ ਆਪਣੀ ਮੋਰਚਾਬੰਦੀ ਕਰਕੇ ਫੌਜ ਦੀ ਉਡੀਕ ਕਰ ਰਹੇ ਸਨ। ਸਿਰ ਤਲੀ ਤੇ ਧਰ ਕੇ ਬੈਠੇ ਸਨ। ਸਿੰਘਾਂ ਦੇ ਵੱਡੇ ਵੱਡੇ ਮੋਰਚੇ ਫੌਜ ਵੱਲੋਂ ਤਬਾਹ ਕਰਨ ਤੋਂ ਬਾਅਦ ਵੀ ਫੌਜੀ ਜਰਨੈਲਾਂ ਦਾ ਇਹ ਵਿਚਾਰ ਸੀ ਕਿ ਹੁਣ 10-15 ਜਿਹੜੀ ਗਿਣਤੀ ਦੇ ਸਿੰਘ ਰਹਿ ਗਏ ਹੋਣਗੇ, ਪਰ ਫੌਜ ਨੂੰ ਇਹ ਨਹੀਂ ਸੀ ਪਤਾ ਕਿ ਅਕਾਲ ਪੁਰਖ ਦੇ ਖਾਲਸੇ ਵੀਰ ਬਹਾਦਰ ਦੂਲੇ ਸ਼ੇਰ ਇਕੱਲੇ ਵੀ ਹਜ਼ਾਰਾਂ ਹੀ ਫੌਜੀਆਂ ਦੇ ਨੂੰ ਨਾਲ ਲੜ ਸਕਦੇ ਨੇ ਤੇ ਉਹਨਾਂ ਨੂੰ ਅੰਦਰ ਵੜਨ ਤੋਂ ਰੋਕਣ ਦੀ ਹਿੰਮਤ ਰੱਖਦੇ ਨੇ। ਤੇ ਇਸ ਤਰੀਕੇ ਨਾਲ ਇਸ ਸਾਰੀ ਜਿਹੜੀ ਲੜਾਈ ਸੀ ਚੱਲ ਰਹੀ ਸੀ ਤੇ ਬਹੁਤ ਸਾਰੇ ਜਿਹੜੇ ਚਸ਼ਮਦੀਦ ਗਵਾਹ ਨੇ ਉਹਨਾਂ ਦੇ ਨਾਲ ਗੱਲ ਕਰਨ ਤੋਂ ਬਾਅਦ ਇਹ ਸਾਰਾ ਕੁਝ ਜਿਹੜਾ ਹੈ ਉਹ ਅੱਖੀ ਦੇਖਿਆ ਹਾਲ ਇੱਕ ਤਰ੍ਹਾਂ ਦਾ ਹੁੰਦਾ ਜੀ ਇਹ ਸਾਰਾ, ਤੇ ਕਿਸ ਬਹਾਦਰੀ ਦੇ ਨਾਲ ਜਿਹੜਾ ਹੈ ਉਹ ਲੜਿਆ ਗਿਆ ਇਸ ਲੜਾਈ ਨੂੰ। ਇਹ ਜਿਹੜੀ ਲੜਾਈ ਹੈ ਇਸ ਨੂੰ ਜਦੋਂ ਤੱਕ ਦੁਨੀਆ ਹੈ ਇਹ ਉਦੋਂ ਤੱਕ ਯਾਦ ਰੱਖਿਆ ਜਾਏਗਾ। ਉਹ ਕਹਿੰਦੇ ਨੇ ਕਿ ਬਾਅਦ ਦੇ ਵਿੱਚ ਜੇਲ੍ਹ ਦੇ ਵਿੱਚੋਂ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਹੋਰਾਂ ਨੇ ਲਿਖਿਆ ਕਿ ਜਦੋਂ ਕੌਮਾਂ ਕਰਵਟ ਲੈਂਦੀਆਂ ਨੇ ਤਾਂ ਇਤਿਹਾਸ ਵੀ ਥਰਥਰਾਉਣ ਲੱਗ ਜਾਂਦਾ ਹੈ। ਐਸੇ ਥਰਥਰਾਹਟ ਦੌਰਾਨ ਕੋਈ ਬੰਦਾ ਸਿੰਘ ਬਹਾਦਰ ਆਪਣੀ ਸ਼ਾਂਤੀ ਮੱਠ ਨੂੰ ਅਲਵਿਦਾ ਕਹਿ ਕੇ ਸਿਤਮਾਂ ਦੀ ਨਗਰੀ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਂਦਾ ਰਿਹਾ ਤੇ ਕੋਈ ਚੀਗਵੇਰਾ ਕਿਊਬਾ ਦੀ ਵਜ਼ੀਰੀ ਨੂੰ ਲੱਤ ਮਾਰ ਕੇ ਬੰਦੂਕ ਹਿੱਕ ਨਾਲ ਲਾ ਕੇ ਬੋਲੀਵੀਆ ਦੇ ਜੰਗਲਾਂ 'ਚ ਦੁਸ਼ਮਣ ਦੇ ਵਿਰੁੱਧ ਮੋਰਚਾਬੰਦੀ ਕਰਦਾ ਤੇ ਨੈਲਸਨ ਮੰਡੇਲਾ ਨਸਲਵਾਦੀ ਦੁਸ਼ਮਣ ਦੀ ਈਨ ਕਬੂਲਣ ਤੋਂ ਨਾ ਕਰਕੇ ਆਪਣੀ ਸਾਰੀ ਉਮਰ ਕਾਲ ਕੋਠੜੀ ਦੇ ਲੇਖੇ ਲਾਉਣੀ ਜ਼ਿਆਦਾ ਚੰਗੀ ਸਮਝਦਾ। ਤੇ ਸਾਨੂੰ ਤਾਂ ਕਹਿੰਦੇ ਮਰਦਾ ਗੰਮੜੇ ਦੇ ਵਰਸਾਈ ਪੰਥ ਦੇ ਅਦੁੱਤੀ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਪਿਆਰ ਭਰੀ ਛੋਹ ਤੇ ਸਾਥ ਦਾ ਸਬੱਬ ਹਾਸਲ ਹੈ ਕਹਿੰਦੇ। ਤੇ ਅਸੀਂ ਖੰਡੇ ਦੀ ਧਾਰ ਤੇ ਤੁਰਨ ਵਾਲੇ ਸਿੱਖ ਕੌਮ ਦੇ ਅਨਮੋਲ ਅਤੇ ਅਣਗਿਣਤ ਹੀਰਿਆਂ ਦੇ ਪੈਰਾਂ ਦੀ ਧੂੜ ਦਾ ਇੱਕ ਕਿਣਕਾ ਮਾਤਰ ਤੇ ਕੌਮ ਦੇ ਲੇਖੇ ਜ਼ਿੰਦ ਲਾਉਣ ਦਾ ਸੁਭਾਗ ਵਿਰਲਿਆਂ 'ਚੋਂ ਕਿਸੇ ਵਿਰਲੇ ਨੂੰ ਨਸੀਬ ਹੁੰਦਾ ਤੇ ਸਾਡਾ ਮਾਨਵਵਾਦ ਇੰਨਾ ਵੱਡਾ ਵਿਸ਼ਾਲ ਹੈ ਕਿ ਸਾਡੇ ਕਲਾਵਿਆਂ 'ਚ ਸਮੁੱਚੀ ਧੜਕਦੀ ਜ਼ਿੰਦਗੀ ਹੀ ਸਮਾ ਸਕਦੀ ਹੈ ਤੇ ਸਾਡਾ ਖਾਲਸਾਈ ਜੋਸ਼ ਸਾਡੇ ਰੂਹਾਨੀ ਤਜਰਬੇ ਦਾ ਇੱਕ ਅੰਗ ਹੈ। ਇਹ ਭਾਈ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੇ ਲਿਖਿਆ ਤੇ ਜਿਨ੍ਹਾਂ ਨੇ ਜਨਰਲ ਵੈਦਿਆ ਨੂੰ ਸੋਧਾ ਲਾਇਆ। ਉਹ ਕਹਿੰਦੇ ਕਿ ਸਾਡਾ ਖਾਲਸਾਈ ਜੋਸ਼ ਤੇ ਰੂਹਾਨੀ ਤਜਰਬੇ ਦਾ ਇੱਕ ਅੰਗ ਹੈ ਤੇ ਅਜਿਹੇ ਸਮੇਂ ਰੂਹਾਨੀਅਤ ਸਾਡੀਆਂ ਸ਼ਮਸ਼ੀਰਾਂ ਦੀ ਚਮਕ ਹੁੰਦੀ ਹੈ। ਅਸੀਂ ਤੁਹਾਡੇ ਰਾਹੀਂ ਇਹ ਪੈਗਾਮ ਵੀ ਦੇਣਾ ਚਾਹੁੰਦੇ ਹਾਂ ਕਿ ਸਾਡਾ ਹਿੰਦੁਸਤਾਨ ਦੇ ਮਹਾਨ ਲੋਕਾਂ ਇਹਦੀ ਧਰਤੀ ਨਾਲ ਕੋਈ ਵੈਰ ਵਿਰੋਧ ਜਾਂ ਦੁਸ਼ਮਣੀ ਨਹੀਂ, ਉਹਨਾਂ ਪ੍ਰਤੀ ਨਫ਼ਰਤ ਦੀ ਭਾਵਨਾ ਦੇ ਅਸੀਂ ਨੇੜੇ ਤੇੜੇ ਵੀ ਨਹੀਂ ਹਾਂ। ਅਸੀਂ ਤਾਂ ਧਰਤ ਅਸਮਾਨ ਨੂੰ ਆਪਣੀ ਗਲਵੱਕੜੀ 'ਚ ਲੈਣ ਲਈ ਬੇਬਲ ਹਾਂ ਤੇ ਸਮੁੱਚੇ ਬ੍ਰਹਿਮੰਡ ਤੇ ਇਹਦੇ ਵਿੱਚ ਵਸਦੀ ਰਸਦੀ ਜ਼ਿੰਦਗੀ ਦੀ ਆਰਤੀ ਉਤਾਰਦੇ ਹਾਂ। ਤੇ ਇੰਨੇ ਵੱਡੇ ਵਿਚਾਰ ਕਿਵੇਂ ਹੋ ਸਕਦੇ ਸਨ ਕਿਸੇ ਦੇ? ਇਹ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ ਸੀ ਜਿਹੜੀ ਇਹਨਾਂ ਤੇ ਅਸਰ ਕਰਦੀ ਰਹੀ, ਜਿੱਥੋਂ ਇਹਨਾਂ ਨੂੰ ਤਾਕਤ ਮਿਲੀ, ਜਿੱਥੋਂ ਇਹਨਾਂ ਨੇ ਸਾਰਾ ਕੁਝ ਹਾਸਲ ਕੀਤਾ। ਤੇ 1984 ਸਿੱਖਾਂ ਦੇ ਹਿਰਦਿਆਂ ਦੇ ਅੰਦਰ ਖੰਜਰ ਬਣ ਕੇ ਖੁੱਭਿਆ ਹੋਇਆ ਅਜੇ ਵੀ ਸਿੱਖਾਂ ਦਾ ਅਤੀਤ, ਵਰਤਮਾਨ ਤੇ ਭਵਿੱਖ ਸਾਰੇ 1984 'ਚ ਸਿਮਟੇ ਹੋਏ ਨੇ। ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸਮੁੱਚੀ ਜਿਹੜੀ ਸ਼ਖਸੀਅਤ ਹੈ ਉਹ 1984 ਤੱਕ ਸਿਮਟ ਕੇ ਕਿਵੇਂ ਰਹਿ ਗਈ? ਇਹਦੇ ਹਵਾਲੇ ਤੋਂ ਬਿਨਾਂ ਅਸੀਂ ਨਾ ਬੀਤ ਚੁੱਕੇ ਸਮੇਂ ਦੀ ਗੱਲ ਕਰਨੀ ਸਹੀ ਸਮਝਦੇ ਹਾਂ ਤੇ ਨਾ ਅਸੀਂ ਵਰਤਮਾਨ ਨੂੰ ਜਾਣ ਸਕਦੇ ਹਾਂ 1984 ਦੀ ਗੱਲ ਕੀਤੇ ਬਿਨਾਂ, ਤੇ ਨਾ ਹੀ ਅਸੀਂ ਕਿਸੇ ਭਵਿੱਖ ਦੀ ਕਲਪਨਾ ਕਰ ਸਕਦੇ ਹਾਂ। ਇਸ ਕਰਕੇ 1984 ਦਾ ਜਿਹੜਾ ਵਰਤਾਰਾ ਹੋਇਆ ਉਹਦੀ ਪੁਣਛਾਣ ਕਰਦਿਆਂ ਨਿਰੋਲ 1984 ਦੀ ਹੱਦਬੰਦੀ 'ਚ ਬੱਝੇ ਰਹਿਣਾ ਸੰਭਵ ਨਹੀਂ ਹੈਗਾ ਤੇ 1984 ਨੂੰ ਸਮਝਣ ਲਈ ਵਾਰ-ਵਾਰ ਸਾਨੂੰ ਬੀਤੇ ਹੋਏ ਸਮੇਂ ਵੱਲ ਜਾਣਾ ਤੇ ਅੱਜ ਦੇ ਵਰਤਮਾਨ ਤੇ ਭਵਿੱਖ ਨਾਲ ਇਹਦਾ ਜਿਹੜਾ ਰਿਸ਼ਤਾ ਉਹ ਨਿਰਧਾਰਿਤ ਕਰਨਾ ਪੈਂਦਾ। ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਭਾਗ 11ਵਾਂ ਅੱਜ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ ਫੇਰ ਮਿਲਾਂਗੇ। Yeah.